ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਸ਼ਲੋਕ ਹੈ। ਸ੍ਰੀ ਰਾਗ ਦੇ ਅੰਦਰੋਂ ਵਾਰ ਚੱਲ ਰਹੀ ਹੈ। ਸਤਿਗੁਰਾਂ ਦੇ ਪਾਵਨ ਅੰਗ 99 ਦੇ ਉੱਪਰ ਇਹ ਸ਼ਬਦ ਸੁਭਾਏ ਪਾਠ ਹੈ। ਮਹਾਰਾਜ ਕਹਿੰਦੇ ਜੀਵ ਰੂਪੀ ਇਸਤਰੀ ਆਪਣੇ ਸਰੀਰ ਤੇ ਅਨੇਕਾਂ ਤਰ੍ਹਾਂ ਦਾ ਵੇਸ ਧਾਰਨ ਕਰੀ, ਵੈਸੇ ਉਹ ਰੂਪ ਹੈ ਜਾਂ ਕੁਲੱਖਣੀ ਵੀ ਜਿਹਦੇ 'ਚ ਸ਼ੁਭ ਲੱਖਣ ਨਹੀਂ ਹੈ। ਰੂਪ ਦਾ ਅਰਥ ਹੈ ਵੀ ਸੁੰਦਰ ਨਹੀਂ ਹੈ। ਸੁੰਦਰ ਦਾ ਅਰਥ ਇਹ ਨਹੀਂ ਹੈ ਵੀ ਉਹ ਚਿਹਰੇ ਕਰਕੇ ਸਰੀਰ ਕਰਕੇ ਸੁੰਦਰ ਨਹੀਂ, ਕਹਿਣ ਦਾ ਭਾਵ ਹੈ ਚੰਗੇ ਗੁਣ ਨਹੀਂ ਹੈ। ਮਨ ਖੋਟੇ ਪੁੜਿਆਦ ਅੰਦਰੋਂ ਝੂਠੀ ਤੇ ਮਨ ਦੇ ਅੰਦਰੋਂ ਖੋਟ ਹੈ। ਕਹਿਣ ਦਾ ਭਾਵ ਹੈ ਵੀ ਜਿਹੜਾ ਜੀਵ ਹੈ ਨਾ ਰੱਬ ਪ੍ਰਤੀ ਵਫਾਦਾਰ ਨਹੀਂ ਹੈ। ਵੇਸ ਤੇ ਕਿਸੇ ਦਾ ਧਾਰਮਿਕ ਹੋ ਸਕਦਾ ਹੈ ਪਰ ਅੰਦਰੋਂ ਕਰੂਪ ਹੈ, ਅੰਦਰੋਂ ਕੁਲੱਖਣੀ ਭੈੜੇ ਲੱਖਣਾ ਬੜਾ ਮਨੁੱਖ। ਮਨ ਦੇ ਅੰਦਰ ਖੋਟ ਹੈ ਤੇ ਕੁੜਿਆਰ ਝੂਠ ਦੇ ਨਾਲ ਜੁੜਿਆ ਹੋਇਆ ਹੈ। ਉਹ ਜੀਵ ਨੂੰ ਇਸਤਰੀ ਪਤੀ ਦੇ ਹੁਕਮ 'ਚ ਉਹਦੇ ਭਾਣੇ 'ਚ ਨਹੀਂ ਚੱਲਦੀ ਹੈ। ਹੁਕਮ ਕਰੇਗਾ ਸਗੋਂ ਉਹ ਗਵਾਰ ਆਪ ਹੁਕਮ ਕਰਦੀ, ਹੁਕਮ ਦੇ ਵਿੱਚ ਚੱਲਣ ਦੀ ਬਜਾਏ ਹੁਕਮ ਸੁਣਾਉਂਦੀ ਹੈ। ਦੁਨਿਆਵੀ ਤੌਰ ਤੇ ਵੀ ਚਲੋ ਆਪਾਂ ਵੇਖ ਲਈਏ ਵੀ ਜਿਹੜੀ ਪਤਨੀ ਆਪਣੇ ਪਤੀ ਤੇ ਰੋਹਬ ਰੱਖਦੀ, ਉਹਦੇ ਤੇ ਹੁਕਮ ਚਲਾਉਂਦੀ, ਉਹਨੂੰ ਪਿਆਰ ਕੋਈ ਜੇ ਅੱਗੋਂ ਮਿਲਦਾ। ਤੇ ਮਹਾਰਾਜ ਨੇ ਗੱਲ ਤੇ ਜੀਵ ਰੂਪ ਇਸਤਰੀ ਦੀ ਕੀਤੀ ਹੈ ਵੀ ਅਸੀਂ ਹੁਕਮ 'ਚ ਚੱਲਣਾ ਹੈ, ਕੋਈ ਹੁਕਮ ਬਣਾਉਣਾ ਥੋੜ੍ਹੀ ਹੈ। ਵੈਸੇ ਅਸੀਂ ਰੱਬ ਨੂੰ ਹੁਕਮ ਬਣਾਉਣਾ ਚਾਹੁੰਦੇ ਹਾਂ। ਰੱਬ ਨੂੰ ਕਹਿੰਦੇ ਤੇਰੀ ਮਰਜ਼ੀ 'ਚ ਨਹੀਂ, ਤੂੰ ਸਾਡੀ ਮਰਜ਼ੀ 'ਚ ਚੱਲ। ਅਸੀਂ ਤੇਰੇ ਕਹਿਣ 'ਤੇ ਨਹੀਂ ਚੱਲਣਾ, ਤੇਰੇ ਹੁਕਮ 'ਚ ਤੇਰੀ ਰਜ਼ਾ 'ਚ ਨਹੀਂ ਚੱਲਣਾ, ਇਹਨੂੰ ਸਾਡੇ ਆ ਕੇ ਲੱਗਣਾ ਪਏਗਾ। ਮਹਾਰਾਜ ਕਹਿੰਦੇ ਉਹ ਸੁਚੱਜਾ ਜੀਵਨ ਨਹੀਂ ਹੈ। ਭਾਣੇ 'ਚ ਚੱਲਣ ਦੀ, ਹੁਕਮ 'ਚ ਚੱਲਣ ਦੀ ਬਜਾਏ ਅਸੀਂ ਰੱਬ ਨੂੰ ਵੀ ਹੁਕਮ ਲਾ ਰਹੇ ਹਾਂ। ਹਾਂ, ਜਿਹੜੀ ਜੀਵ ਰੂਪੀ ਇਸਤਰੀ ਗੁਰੂ ਦੇ ਭਾਣੇ 'ਚ ਹੁਕਮ 'ਚ ਚੱਲਦੀ ਹੈ ਜੀ, ਸਭ ਦੁੱਖ ਨਿਵਾਰਨ ਹਾਰ, ਉਹਦੇ ਜੀਵਨ 'ਚੋਂ ਸਾਰੇ ਦੁੱਖ ਹੀ ਖਤਮ ਹੋ ਜਾਂਦੇ ਆ। ਭਾਣੇ ਵਿੱਚ ਚੱਲਦਾ ਕੋਈ ਵਿਰਲਾ ਹੈ, ਜਿਹੜਾ ਚੱਲ ਪੈਂਦਾ ਭਾਣੇ ਵਿੱਚ ਉਹ ਵਿਰਲਾ ਆਇਆ। ਗੁਰਮੁਖ ਹੋਏ ਭਾਣਾ ਮੰਨੇ ਸੋ ਗੁਰਮੁਖ ਹੋਏ। ਬੜੀ ਔਖੀ ਗੱਲ ਹੈ ਭਾਣੇ 'ਚ ਰਹਿਣਾ, ਪਰ ਜਿਹੜੇ ਚੱਲਦੇ ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ 'ਚੋਂ ਸਾਰੇ ਦੁੱਖ ਖਤਮ ਹੋ ਜਾਂਦੇ। ਦੁੱਖ ਖਤਮ ਕਿਉਂ ਹੋ ਜਾਂਦੇ ਵੀ ਜੋ ਕੁਝ ਹੋ ਰਿਹਾ ਉਹਦਾ ਹੁਕਮ ਹੈ। ਦੁੱਖ ਵੀ ਉਹ ਦਾਰੂ ਬਣਾ ਲੈਂਦੇ ਆ ਤੇ ਦੁੱਖ ਸੁੱਖ ਉਹਦੀ ਆਗਿਆ 'ਚ ਹੋ ਜਾਂਦਾ ਹੈ। ਇਸ ਕਰਕੇ ਭਾਈ ਉਹ ਸਦਾ ਸੁੱਖ ਮਾਨਦੇ ਹਨ। ਮੇਟ ਨਾ ਸਕੀਐ, ਹੁਣ ਜੀਵਾਂ ਤੇ ਵੀ ਕੋਈ ਵਸ ਨਹੀਂ, ਰੱਬ ਦਾ ਲਿਖਿਆ ਹੈ, ਨਹੀਂ ਮੇਟ ਸਕਦੇ। ਹਾਂ, ਜੋ ਧੁਰ ਲਿਖਿਆ ਕਰਤਾਰ ਨੇ ਜੋ ਧੁਰ ਤੋਂ ਲਿਖ ਦਿੱਤੇ, ਜਿਸ ਪਾਸੇ ਉਹਨੇ ਲਾਇਆ, ਇਹ ਵੀ ਹੁਕਮ ਨਹੀਂ ਮੇਟਿਆ ਜਾ ਸਕਦਾ। ਜੀਵ ਦੇ ਵੀ ਵਸ ਕੋਈ ਨਹੀਂ ਹੈ। ਮਨ ਤਨ ਸੌਂਪੇ ਕੰਤ ਕੋ, ਜਿਹੜੀ ਜੀਵ ਰੂਪੀ ਇਸਤਰੀ ਆਪਣੇ ਕੰਤ ਨੂੰ ਮਨ ਤੇ ਤਨ ਸੌਂਪ ਦਿੰਦੀ ਹੈ। ਸਭ ਦੇ ਧਰੇ ਪਿਆਰ, ਔਰ ਸ਼ਬਦ ਦੇ ਦੁਆਰਾ ਪਿਆਰ ਵਿਖਾਉਂਦੀ ਹੈ ਰੱਬ ਦੇ ਨਾਲ। ਜੀਵ ਰੂਪੀ ਇਸਤਰੀ ਸ਼ਬਦ ਨਾਲ ਜੁੜੇ, ਅਸੀਂ ਰੱਬ ਨੂੰ ਯਾਦ ਕਰ ਰਹੇ ਹਾਂ। ਭਾਖਿਆ ਸਾਡੀ ਚੰਗੀ ਹੋਣੀ ਚਾਹੀਦੀ ਹੈ ਵੀ ਸਾਡਾ ਕੋਈ ਦੁਨਿਆਵੀ ਔਰਤ ਆਪਣੇ ਪਤੀ ਦਾ ਸਤਿਕਾਰ ਕਰਦੀ ਹੈ, ਉਹਦੇ ਵਾਸਤੇ ਮਿੱਠੇ ਬੋਲ ਬੋਲਦੀ ਹੈ, ਕਿਸੇ ਕੋਲ ਬੈਠ ਕੇ ਆਪਣੇ ਪਤੀ ਦੀ ਸ਼ੋਭਾ ਕਰਦੀ ਹੈ। ਇਹਦੇ ਵਿੱਚ ਸਾਰਿਆਂ ਦੀ ਸ਼ੋਭਾ ਵੱਧਦੀ ਹੈ। ਤੇ ਮਹਾਰਾਜ ਕਹਿੰਦੇ ਭਾਈ ਸ਼ਬਦ ਦੁਆਰਾ ਉਹ ਰੱਬ ਨਾਲ ਪਿਆਰ ਪਾ ਲੈਂਦੀ ਜੀਵ ਨੂੰ ਇਸਤਰੀ, ਮਨ ਤਨ ਨੂੰ ਸੌਂਪ ਦਿੰਦੀ ਹੈ। ਨਾਮ ਤੋਂ ਬਗੈਰ ਪ੍ਰਮਾਤਮਾ ਦੀ ਨੇੜਤਾ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ ਹੈ। ਮਹਾਰਾਜ ਕਹਿੰਦੇ ਹਿਰਦੇ 'ਚ ਵਿਚਾਰ ਕਰਕੇ ਵੇਖ ਲਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹਨਾਂ ਨੂੰ ਪ੍ਰਭੂ ਮਿਲਿਆ ਜਿਨ੍ਹਾਂ ਨੇ ਪ੍ਰੇਮ ਕੀਤਾ ਸ਼ਬਦ ਦੁਆਰਾ ਜੀ। ਨਾਨਕ ਸਾਸ ਵਾਲਿਓ ਸੁਲੱਖਣੀ, ਮਹਾਰਾਜ ਕਹਿੰਦੇ ਉਹ ਚੰਗੇ ਸੁਭਾਅ ਵਾਲੀ ਉਹ ਸੁਲੱਖਣੀ ਔਰਤ ਹੈ। ਆਪਾਂ ਵੀ ਸ਼ਬਦ ਪੁਰਾਣੀਆਂ ਬਾਈਆਂ ਤੋਂ ਸੁਣਦੇ ਹਾਂ ਵੀ ਇਹ ਤੇ ਸੁਲੱਖਣੀ ਹੈ, ਵੀ ਇਹਦੇ ਆਉਣ ਕਰਕੇ ਤੇ ਸਾਡੇ ਘਰੇ ਸੁੱਖ ਆ ਗਿਆ ਹੈ। ਇਹ ਸ਼ੁਭ ਲੱਖਣਾਂ ਵਾਲੀ ਹੈ, ਇਹ ਬੜੇ ਮਿੱਠੇ ਸੁਭਾਅ ਦੀ ਹੈ। ਤੇ ਮਹਾਰਾਜ ਕਹਿੰਦੇ ਭਾਈ ਉਹ ਸ਼ੁਭ ਲੱਖਣਾਂ ਵਾਲੀ ਇਸਤਰੀ ਹੈ। ਜੇ ਰਾਵੀ ਸਿਰਜਣਹਾਰ, ਜੇ ਸਿਰਜਣਹਾਰ ਨੂੰ ਰਾਪਦੀ ਹੈ, ਭਾਵ ਕੇ ਜਪਦੀ। ਇੱਥੇ ਭਾਈ ਬੰਦਾ ਉਹ ਭਲਾ ਹੈ ਜਿਹੜਾ ਰੱਬ ਨੂੰ ਜਪਦਾ ਹੈ। ਇਸਤਰੀ ਜੀਵ ਰੂਪੀ ਉਹ ਭਲੀ ਜਿਹੜੀ ਪਤੀ ਪਰਮਾਤਮਾ ਨੂੰ ਯਾਦ ਰੱਖਦੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ, ਮਾਇਆ ਮੋਹ ਗੁਬਾਰ ਹੈ, ਤਿਸ ਦਾ ਨਾ ਦਿਸ ਉਰਵਾਰ, ਨਾ ਪਾ
ਇੱਕ ਹਨੇਰਾ ਹੈ ਕਿ ਹਨੇਰੇ ਕਰਕੇ ਨਾ ਦਿਸੇ ਉਰ ਵਾਰ ਨਾ ਪਾਰ, ਹਨੇਰੇ ਕਰਕੇ ਨਾ ਉਰਲਾ ਪਾਸਾ ਦਿਸਦਾ ਨਾ ਪਾਰਲਾ ਪਾਸਾ ਦਿਸਦਾ। ਅਗਿਆਨਤਾ ਹਨੇਰਾ ਹੈ, ਗੁਬਾਰਦਾਰ ਤਿੱਥੇ ਹਨੇਰਾ ਹੈ। ਹਨੇਰੇ 'ਚ ਦੋਵੇਂ ਕੰਢੇ ਹੀ ਨਹੀਂ ਦਿਸਦੇ, ਨਾ ਇਹ ਸੰਸਾਰ ਵਾਲਾ ਨਾ ਨਿਰੰਕਾਰ ਦੇ ਘਰ ਵਾਲਾ ਜੀ। ਮਨਮੁਖ ਅਗਿਆਨੀ ਮਹਾ ਦੁਖ ਪਾਏ ਦੇ। ਜਿਹੜੇ ਮਨ ਪਿੱਛੇ ਚੱਲਦੇ ਨੇ ਨਾ ਅਗਿਆਨੀ, ਇਹ ਮਹਾ ਦੁੱਖ, ਇੱਕ ਹੁੰਦਾ ਦੁੱਖ, ਇੱਕ ਹੁੰਦਾ ਮਹਾ ਦੁੱਖ। ਮਹਾਰਾਜ ਕਹਿੰਦੇ ਵੱਡੇ ਵੱਡੇ ਦੁੱਖ ਇਹਨਾਂ ਨੂੰ ਫਿਰ ਚਪੜ ਜਾਂਦੇ ਹੱਥ। ਡੁੱਬੇ ਹਰਿ ਨਾਮ ਵਿਸਾਰ। ਹਰਿ ਨਾਮ ਨੂੰ ਵਸਾਰ ਕੇ ਭਵ ਸਮੁੰਦਰ 'ਚ ਡੁੱਬ ਜਾਂਦੇ ਹਨ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੈ ਮੱਤ ਜਾਈ। ਪਾਪਾਂ ਦੇ ਪੱਥਰ ਲੱਦੇ ਹੋਏ ਨੇ, ਬੇੜੀ ਕਿਵੇਂ ਪਾਰ ਹੋਏਗੀ ਜੀ। ਭਲਕੇ ਉਠ ਬਹੁ ਕਰਮ ਕਮਾਵੈ। ਰੋਜ਼ ਭਲਕੇ ਹੋਏ, ਇੱਕ ਤੇ ਹੈਗਾ ਗੁਰ ਸਤਿਗੁਰ ਕਾਜੂ ਸਿੱਖ ਅਖਾਈ ਸੋ ਭਲਕੇ ਉਠ ਹਰ ਨਾਮ ਧਿਆਵੇ। ਜਿਹੜਾ ਉਦਮ ਕਰਕੇ ਭਲਕੇ ਦਰਦ ਸਵੇਰੇ ਅੰਮ੍ਰਿਤ ਵੇਲੇ। ਇੱਕ ਮਹਾਰਾਜ ਕਹਿੰਦੇ ਸਵੇਰੇ ਉੱਠ ਕੇ ਬਹੁਤ ਭੈੜੇ ਕਰਮ ਵੀ ਕਰਨ ਵਾਸਤੇ ਚਲੇ ਜਾਂਦੇ ਆ। ਜਿਵੇਂ ਮਹਾਰਾਜ ਨੇ ਲਾਹੌਰ ਸ਼ਹਿਰ ਦੀ ਗੱਲ ਕੀਤੀ, ਲਾਹੌਰ ਸ਼ਹਿਰ ਗਹਿਰ ਕਹਿਰ ਸਵਾ ਪੈਰ। ਸਵਾ ਪੈਰ ਰਾਤ ਰਹਿੰਦੇ ਆ ਲਾਹੌਰ ਸ਼ਹਿਰ 'ਚ ਪਾਪ ਹੋਣਾ ਸ਼ੁਰੂ ਹੋ ਜਾਂਦਾ ਹੈ। ਮਹਾਰਾਜ ਨੇ ਫਿਰ ਅੰਮ੍ਰਿਤ ਵੇਲੇ ਬਚਨ ਕਹਿ ਵੀ ਅੰਮ੍ਰਿਤਸਰ ਸਿਫਤੀ ਦਾ ਘਰ। ਅੰਮ੍ਰਿਤਸਰ ਹੁਣ ਅੰਮ੍ਰਿਤ ਵੇਲੇ ਤੋਂ ਬਾਣੀ ਦਾ ਪ੍ਰਵਾਹ ਚੱਲਦਾ ਹੈ, ਅਤੇ ਲਾਹੌਰ 'ਚ ਗਾਵਾਂ ਦੇ ਕਤਲ ਹੁੰਦੇ ਹਨ, ਪਾਪ ਸ਼ੁਰੂ ਹੋ ਜਾਂਦੇ ਹਨ। ਮਹਾਰਾਜ ਕਹਿੰਦੇ ਭਲਕੇ ਉੱਠ ਬਹੁ ਕਰਮ ਕਮਾਵੇ। ਰੱਬ ਨਾਲੋਂ ਟੁੱਟ ਕੇ ਮਨੁੱਖ ਸਵੇਰੇ ਉੱਠ ਕੇ ਕਰਮ ਕਰਨ ਤੁਰ ਜਾਂਦਾ ਹੈ। ਦੂਜੇ ਭਾਈ ਪਿਆਰ। ਪਰ ਉਹਦਾ ਕਰਮ ਦੂਜੇ ਭਾਈ ਪਿਆਰ ਵਾਲਾ ਹੈ। ਉਹ ਰੱਬ ਨੂੰ ਜਪਣ ਥੋੜ੍ਹੀ ਆਉਂਦਾ ਹੈ, ਉਹ ਰੱਬ ਨੂੰ ਜਪਣ ਵਾਸਤੇ ਥੋੜ੍ਹੀ ਉੱਠਦਾ ਹੈ। ਉਹ ਦੂਜੇ ਭਾਈ ਪਿਆਰ ਸੀ ਤੇ ਉਹਦੇ ਪਿਆਰ 'ਚ ਹੀ ਉੱਠ ਕੇ ਭੈੜੇ ਕਰਮਾਂ ਨੂੰ ਚੱਲ ਪੈਂਦਾ ਹੈ। ਸਤਿਗੁਰ ਸੇਵਹਿ ਆਪਣਾ। ਜਿਹੜੇ ਆਪਣੇ ਸਤਿਗੁਰੂ ਦੀ ਸੇਵਾ 'ਚ ਹਾਜ਼ਰ ਰਹਿੰਦੇ ਹਨ। ਭਉ ਜਲ ਉਤਰੇ ਪਾਰ। ਪਰ ਉਹ ਕਹਿੰਦੇ ਭੌਜਲ ਤੋਂ ਪਾਰ ਉਤਰ ਜਾਂਦੇ। ਨਾਨਕ ਭੌਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਜਿਹੜਾ ਪ੍ਰਭ ਦੇ ਗੀਤ ਗਾਉਂਦਾ ਹੈ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ। ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਨਾਨਕ ਗੁਰਮੁਖ ਸੱਚ ਸਮਾਵੈ ਹੈ। ਨਾਨਕ ਜਿਹੜਾ ਗੁਰਮੁਖ ਹੈ ਨਾ, ਗੁਰੂ ਨੂੰ ਮੁੱਖ ਰੱਖ ਕੇ ਜੀਵਨ ਜਿਉਣ ਵਾਲਾ, ਇੱਕ ਦਿਨ ਸੱਚ 'ਚ ਸਮਾ ਜਾਂਦਾ ਹੈ। ਸੱਚ ਨਾਮ ਉਰਤਾਰ। ਸੱਚੇ ਨਾਮ ਨੂੰ ਹਿਰਦੇ 'ਚ ਭਾਈ ਉਹ ਧਾਰਨ ਕਰ ਲੈਂਦਾ ਹੈ। ਪੌੜੀ ਗੁਰੂ ਰਾਮਦਾਸ ਜੀ ਕਹਿੰਦੇ ਹਨ, ਹਰ ਜਲ ਥਲ ਮਹੀਅਲ ਭਰਪੂਰ। ਉਹ ਜਿਹੜਾ ਵਾਹਿਗੁਰੂ ਨੇ ਉਹ ਜਲ ਥਲ ਮਹੀਅਲ ਹਰੇਕ ਜਗ੍ਹਾ ਤੇ ਪਰਿਪੂਰਨ ਹੈ। ਉਹਨੂੰ ਸਮੁੰਦਰ 'ਚੋਂ ਵੇਖਣਾ, ਸਮੁੰਦਰ 'ਚੋਂ ਵੇਖ ਲਓ, ਉਹਨੂੰ ਹਵਾ 'ਚੋਂ ਵੇਖਣਾ, ਉਹਨੂੰ ਪਤਾਲਾਂ 'ਚ ਜਾ ਕੇ ਖੋਜਣਾ, ਪਤਾਲਾਂ ਤੋਂ ਧਰਤੀ ਤੇ ਵੇਖਣਾ। ਉਹ ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ। ਉਹ ਕਣ ਕਣ 'ਚ ਵਸਿਆ ਹੈ ਜੀ। ਦੂਜਾ ਨਾਹੀਂ ਕੋਈ। ਕਹਿੰਦੇ ਦੂਸਰਾ ਕੋਈ ਇਹੋ ਜਿਹਾ ਹੈ ਨਹੀਂ। ਰੱਬ ਤੇ ਗੁਰੂ ਤੋਂ ਬਗੈਰ ਕੋਈ ਦੂਸਰਾ ਹੈ ਜਿਹੜਾ ਹਰੇਕ ਜਗ੍ਹਾ ਤੇ ਹੋਵੇ। ਅਸੀਂ ਤੇ ਇੱਥੇ ਆ, ਘਰੇ ਨਹੀਂ ਹੈ। ਜੇ ਘਰੇ ਆ ਤੇ ਗੁਰਦੁਆਰੇ ਨਹੀਂ ਹੈ। ਤੇ ਰੀਸਾਂ ਹੀ ਰੱਬ ਦੀਆਂ ਵੈਸੇ ਕਰਦੇ ਆ, ਸ਼ਰੀਕ ਹੀ ਰੱਬ ਦੇ ਬਣੇ ਹੋਏ ਆ। ਅਸੀਂ ਤੇ ਇੱਥੇ ਬੈਠੇ, ਸਾਨੂੰ ਪਤਾ ਹੀ ਨਹੀਂ ਘਰੇ ਕੀ ਹੋ ਰਿਹਾ। ਘਰੇ ਬੈਠੇ ਹੋਵਾਂਗੇ, ਸਾਨੂੰ ਕਿਸੇ ਗੱਲ ਦਾ ਨਹੀਂ ਕੋਈ ਖਬਰ। ਮਹਾਰਾਜ ਕਹਿੰਦੇ ਰੱਬ ਕਣ ਕਣ 'ਚ ਮੌਜੂਦ ਹੈ ਭਾਈ। ਜਪਣਾ ਵੀ ਉਹਨੂੰ ਚਾਹੀਦਾ, ਜੁੜਨਾ ਵੀ ਉਹਦੇ ਨਾਲ ਚਾਹੀਦਾ ਹੈ। ਹਰਿ ਆਪ ਬਹਿ ਕਰੇ ਨਿਆਓ। ਉਹ ਫਿਰ ਆਪ ਬਹਿ ਕੇ ਨਿਆਂ ਕਰਦਾ ਹੈ ਜੀ। ਤੇਰੇ ਘਰ ਸਦਾ ਸਦਾ ਹੈ। ਰੱਬ ਦੇ ਕੋਲੋਂ ਡਰਨ ਦੀ ਲੋੜ ਨਹੀਂ ਹੈ। ਜੇ ਅਸੀਂ ਸੱਚੇ ਸੁੱਚੇ ਹੈ ਵੀ ਮੇਰੇ ਨਾਲ ਕੋਈ ਗਲਤ ਹੋਏਗਾ, ਉਹ ਬੈਠ ਕੇ ਫਿਰ ਆਪ ਨਿਆਂ ਕਰਦਾ ਹੈ। ਕੁੜਿਆਰ ਸਭ ਮਾਰ ਕਢੋਏ। ਜਿਹੜੇ ਝੂਠੇ ਨੇ ਨਾ ਕੁੜਿਆਰ ਨੇ, ਉਹਨਾਂ ਨੂੰ ਮਾਰ ਕੇ ਕਢੋਏ ਕੱਢ ਦਿੰਦਾ। ਕੱਢ ਕਿੱਥੇ ਦਿੰਦਾ ਹੈ? ਜਨਮ ਮਰਨ ਦੇ ਗੇੜ 'ਚ ਸੁੱਟ ਦਿੰਦਾ ਹੈ। ਸੱਚਿਆਰ ਜਿਹੜੇ ਨੇ ਉਹ ਕੁਰਬਾਨ ਹੋ ਜਾਂਦੇ ਹੈ, ਤੇ ਕੁੜਿਆਰ ਜਿਹੜੇ ਨੇ ਉਹਨਾਂ ਨੂੰ ਉਹ ਬਾਂਦਰ ਬਣਾ ਕੇ ਭੇਜ ਦਿੰਦਾ ਹੈ, ਉਹਨਾਂ ਨੂੰ ਗਧੇ ਬਣਾ ਕੇ ਭੇਜ ਦਿੰਦਾ ਹੈ, ਸੱਪ ਦੀ ਜੂਨ 'ਚ ਧਕੇਲ ਦਿੰਦਾ ਹੈ, ਦਰਖਤ ਬਣਾ ਕੇ ਖੜੇ ਕਰ ਦਿੰਦਾ ਹੈ, ਪੱਥਰ ਬਣਾ ਕੇ ਪਹਾੜਾਂ 'ਤੇ ਸੁੱਟ ਦਿੰਦਾ ਹੈ। ਉਹਨਾਂ ਨੂੰ ਫਿਰ ਆਪਣੇ ਕੋਲੋਂ ਦੂਰ ਕਰ। ਚੰਗੇ ਹੀ ਗੁਰੂ ਰੱਬ ਕੋਲ ਬੈਠਣਗੇ, ਬੁਰਿਆਂ ਨੂੰ ਤੇ ਆਪਣੇ ਕੋਲ ਨਹੀਂ ਉਹ ਬਿਠਣ ਦਿੰਦਾ ਹੈ। ਤੁਸੀਂ ਜੇ ਚੰਗੇ ਹੋ ਤੇ ਚੰਗਿਆਂ ਨੂੰ ਕੋਲ ਬਿਠਾਓਗੇ, ਬੁਰੇ ਤੇ ਬੁਰਿਆਂ ਨੂੰ ਬਿਠਾਓਗੇ। ਚੰਗਿਆਂ ਨਾਲ ਨਫ਼ਰਤ ਹੈ ਤੇ ਰੱਬ ਤੇ ਹੈ ਹੀ ਗੁਰੂ ਚੰਗਾ, ਉਹਨੇ ਚੰਗਿਆਂ ਨੂੰ ਆਪਣੇ ਕੋਲ ਬਿਠਾਉਣਾ ਹੈ।
ਤੇ ਮਹਾਰਾਜ ਕਹਿੰਦੇ ਬੁਰਿਆਂ ਨੂੰ ਮਾਰ ਕੇ ਕੱਢ ਦਿੰਦਾ ਹੈ। ਸਚਿਆਰਾ ਦੇ ਵਡਿਆਈ, ਜਿਹੜੇ ਸਚਿਆਰ ਬਣ ਜਾਂਦੇ ਉਹਨਾਂ ਨੂੰ ਫਿਰ ਵਡਿਆਈ ਵੀ ਦਿੰਦਾ, ਉਹਨਾਂ ਦੀ ਸ਼ੋਭਾ ਵੀ ਕਰਾ ਦਿੰਦਾ ਹੈ। ਹਰ ਧਰਮ ਨਿਆਉ ਕੀਓ, ਉਹ ਧਰਮ ਦਾ ਨਿਆਂ, ਉਹਦਾ ਧਰਮ ਵੀ ਇਹ ਨਿਆਂ ਕਰਨਾ। ਉਹਨੇ ਸੱਚ ਨੂੰ ਸੱਚ ਕਹਿ ਦੇਣਾ, ਝੂਠ ਤੋਂ ਝੂਠ। ਧਰਮੀਆਂ ਦੀ ਜੈ ਜੈਕਾਰ ਕਰਾ ਦੇਣੀ ਹੈ, ਪਖੰਡੀਆਂ ਨੂੰ ਉਹਨੇ, ਦੰਭੀਆਂ ਨੂੰ ਉਹਨੇ, ਖੋਡਿਆਂ ਨੂੰ ਸਜ਼ਾ ਵੀ ਹੱਥੀਂ ਦਿੰਦਾ ਹੈ। ਸਭ ਹਰ ਕੀ ਕਰਹੁ ਉਸਤਤ, ਮਹਾਰਾਜ ਕਹਿੰਦੇ ਭਾਈ ਸਾਰੇ ਹਰ ਦੀ ਉਸਤਤ ਕਰੋ। ਜਿਨ ਗਰੀਬ ਅਨਾਥ ਰਾਖ ਲਿਓ, ਜਿਹਨੇ ਗਰੀਬਾਂ ਤੇ ਨਾਥਾਂ ਨੂੰ ਰੱਖ ਲਿਆ, ਬਚਾ ਲਿਆ ਜੀ, ਉਹ ਹੈ ਹੀ ਨੀਚਾ ਅੰਦਰ ਨੀਚ ਜਾਤ, ਨੀਚੀ ਹੁਵਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੁਭਾਲੀ ਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਉਹਦਾ ਇੱਕ ਬਿਰਧ ਹੈ, ਉਹ ਗਰੀਬਾਂ ਨਾਥਾਂ ਦੀ ਰੱਖਦਾ ਹੈ। ਗਰੀਬ ਨਾਥ ਦਾ ਅਰਥ ਇਹ ਨਹੀਂ ਕਰ ਲੈਣਾ ਜਿਹੜੇ ਭੈੜੇ ਕੱਪੜੇ ਕੱਚ ਚੁਗਣ ਵਾਲੇ ਉਹ ਗਰੀਬ ਨੇ, ਤੇ ਉਹਨਾਂ ਦੀ ਇਹਦੇ ਗਰੀਬ ਦਾ ਅਰਥ ਹੈ ਜਿਹੜੇ ਨਿਮਰਤਾ ਧਾਰਨ ਕਰਦੇ ਉਹਨਾਂ ਦੀ ਉਹ ਰੱਖਿਆ ਕਰਦਾ ਹੈ। ਗੱਲ ਇਹਦੇ ਧਨ ਦੀ ਨਹੀਂ ਚੱਲ ਰਹੀ, ਰੱਖ ਗਰੀਬੀ ਵੇਸ ਦੀ ਗੱਲ ਚੱਲ ਰਹੀ ਹੈ। ਜਿਹੜੇ ਨਿਮਰਤਾ 'ਚ ਰਹਿੰਦੇ ਨੇ, ਰੱਬ ਹਮੇਸ਼ਾ ਉਹਨਾਂ ਦੀ ਮਦਦ ਕਰਦਾ, ਉਹਨਾਂ ਨੂੰ ਰੱਖਦਾ ਹੈ। ਉਹ ਮੇਰਾ ਰਾਖਾ ਸਭਣੀ ਥਾਈ ਤਾਂ ਭਉ ਕਿਹਾ ਕਾੜਾ ਜੀਓ। ਜੈਕਾਰ ਕੀਓ ਧਰਮੀਆਂ ਕਾ, ਉਹ ਧਰਮੀਆਂ ਦੀ ਜੈ ਜੈਕਾਰ ਕਰਦਾ ਹੈ ਜੀ। ਪਾਪੀ ਕੋ ਦੰਡ ਦਿਓ, ਪਾਪੀ ਨੂੰ ਉਹ ਦੰਡ ਦਿੰਦੇ ਕਿਵੇਂ? ਸਾਡੇ ਗੁਰਦੁਆਰੇ ਦਾ ਇਤਿਹਾਸ ਹੈ, ਤਿੱਤਰ ਨੂੰ ਹੱਥੀਂ ਮਰਵਾ ਕੇ। ਉਹ ਪਾਪੀ ਹੀ ਤਿੱਤਰ ਗੁਰੂ ਨੂੰ ਜਾਮਣ ਬਣਿਆ, ਮਹਾਰਾਜ ਨੇ ਦੰਡ ਦਿੱਤਾ। ਦਾਨ ਸਿੰਘ ਕਹਿੰਦਾ ਮਹਾਰਾਜ ਤਿੱਤਰ ਨਾਲ ਕੋਈ ਤੁਹਾਡੀ ਦੁਸ਼ਮਣੀ? ਮਹਾਰਾਜ ਕਹਿੰਦੇ ਕੋਈ ਦੁਸ਼ਮਣੀ ਨਹੀਂ, ਸਿਰਫ ਅਸੀਂ ਆਪਣਾ ਕਾਊਂਟ ਕਲੀਅਰ ਕਰ ਰਹੇ ਹਾਂ, ਅਸੀਂ ਆਪਣੀ ਜਾਮਣੀ ਤਾਰ ਰਹੇ ਹਾਂ। ਤੇ ਬਾਜ ਨੂੰ ਉਹਨੇ ਵੜਿਆ, ਬਾਜ ਨੂੰ ਮਹਾਰਾਜ ਨੇ ਮੋਢੇ ਤੇ ਬਿਠਾਇਆ, ਤਿੱਤਰ ਦੇ ਮਹਾਰਾਜ ਨੇ ਖੰਭ ਪੁੱਟੇ ਹੈ। ਧਰਮੀਆਂ ਦੀ ਉਹ ਜੈ ਜੈਕਾਰ ਕਰਾਉਂਦਾ ਹੈ ਤੇ ਹੱਥੀਂ ਦੰਡ ਦਿੰਦਾ ਜਿਹੜੇ ਪਾਪੀ ਹਨ। ਸ਼ਲੋਕ ਮਹਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਨ ਮੁਖ ਮੈਲੀ ਕਾਮਣੀ ਕੁਲਖਣੀ ਕੁਨਾਰ, ਜਿਹੜੀ ਜੀਵ ਰੂਪੀ ਇਸਤਰੀ ਮਨਮੁਖੀ ਹੈ, ਮਨਮੁਖ ਹੁਣ ਅੰਦਰ ਮੈਲਾ ਵੀ ਹੁੰਦਾ ਹੈ। ਕਾਮਣੀ ਇਸਤਰੀ ਨੂੰ ਕਹਿੰਦੇ ਆ। ਕੁਲਖਣੀ ਭੈੜੇ ਲੱਖਣ ਵਾਲੀ, ਕੁਨਾਰ ਭੈੜੀ, ਜਿਹਦਾ ਜੀਵਨ ਚੰਗਾ ਨਹੀਂ ਹੈ, ਆਪ ਉਧਰਾ ਜਿਹਾ ਜੀਵਨ ਹੈ। ਮਨਮੁਖ ਬੰਦਾ ਇਹੋ ਜਿਹਾ ਹੁੰਦਾ, ਭੈੜਾ ਝੂਠਾ ਬੇਤਮਾਨਾ ਹੁੰਦਾ ਹੈ ਜੀ। ਮੇਰ ਛੋਟਿਆ ਘਰ ਆਪਣਾ, ਆਪਣੇ ਪਤੀ ਪਰਮਾਤਮਾ ਦੇ ਘਰ ਨੂੰ ਤੇ ਛੱਡ ਦਿੱਤਾ ਜੀਵ ਰੂਪੀ ਇਸਤਰੀ ਨੇ। ਪਰ ਪੁਰਖ ਨਾਲ ਪਿਆਰ, ਉਹਦਾ ਪਿਆਰ ਪਰ ਪੁਰਖੇ ਨਾਲ ਪੈ ਗਿਆ। ਆਪਣੇ ਪਤੀ ਨੂੰ ਛੱਡ ਕੇ ਹੋਰਨਾਂ ਦੇ ਨਾਲ, ਗੁਰੂ ਨੂੰ ਛੱਡ ਕੇ ਸਿੱਖ ਹੋਰਨਾਂ ਜਗ੍ਹਾ ਤੇ ਭਟਕਦਾ ਫਿਰਦਾ। ਇਹ ਪਰ ਪੁਰਖੇ ਨਾਲ ਪਿਆਰ ਹੈ ਜੀਵ ਰੂਪੀ ਇਸਤਰੀ ਦਾ। ਸਿੱਖ ਹੋ ਕੇ ਦਸਤਾਰ ਸਜਾਈ ਹੋਈ ਹੈ, ਇਸ ਦੇ ਜਾ ਕੇ ਕਿਸੇ ਦੇ ਪੈਰੀ ਡਿੱਗੇਗਾ ਤੇ ਫਿਰ ਉਹ ਪਰ ਪੁਰਖੇ ਨਾਲ ਪਿਆਰ ਹੀ ਹੈ। ਮਹਾਰਾਜ ਕਹਿੰਦੇ ਆ ਕਬੀਰ ਜਿਹੇ ਦਰ ਆਵਤ ਜਾਤਿਓ ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਅਸੀਂ ਕਿਉਂ ਆਪਣੇ ਗੁਰੂ ਨੂੰ ਛੱਡ ਕੇ ਜਾਈਏ ਜੀ ਬੇਗਾਨੇ ਕੋਲ? ਜਾਈਏ ਤੇ ਤਾਂ ਨਾ ਜੀ ਸਾਡੇ ਗੁਰੂ 'ਚ ਕਾਬਲੀਅਤ ਨਹੀਂ ਹੈ, ਜਾਂ ਸਾਨੂੰ ਕੁਝ ਦਿੰਦਾ ਨਹੀਂ ਹੈ, ਜਾਂ ਜੋ ਸਾਡੀ ਭਾਵਨਾ ਹੈ ਜੇ ਪੂਰੀ ਨਹੀਂ ਹੁੰਦੀ ਹੈ ਤੇ ਜਾਈਏ ਤੇ ਤਾਂ ਨਾ। ਇੱਥੇ ਤੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੀ ਰਹੇ, ਇੱਥੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਲੈ ਲੈ। ਮਹਾਰਾਜ ਕਹਿੰਦੇ ਉਹਨਾਂ ਦਾ ਜੀਵਨ ਚੰਗਾ ਨਹੀਂ ਜਿਹੜੇ ਆਪਣੇ ਗੁਰੂ ਨੂੰ ਰੱਬ ਨੂੰ ਛੱਡ ਕੇ ਭਟਕਦੇ ਫਿਰਦੇ ਹਨ। ਤ੍ਰਿਸ਼ਨਾ ਕਦੇ ਨਾ ਚੁਕਾਈ, ਉਹਨਾਂ ਦੇ ਅੰਦਰੋਂ ਫਿਰ ਤ੍ਰਿਸ਼ਨਾ ਨਹੀਂ, ਕਦੋਂ ਇੱਕ ਨਾਲ ਥੋੜੀ ਫਿਰ ਜੁੜਦੇ ਆ। ਉਥੋਂ ਨਹੀਂ ਕੁਝ ਮਿਲਿਆ, ਅਗਲੇ ਦਾ ਚਲੇ ਜਾਣਗੇ, ਅਗਲੀ ਥਾਂ ਤੋਂ ਨਹੀਂ, ਫਿਰ ਤੀਸਰੀ ਚੌਥੀ ਪੰਜਵੀਂ, ਇਸ ਤਰ੍ਹਾਂ ਹੀ ਸਾਰਾ ਜੀਵਨ ਲੰਘ ਜਾਂਦਾ, ਤ੍ਰਿਸ਼ਨਾ ਮੁੱਕਦੀ ਨਹੀਂ। ਜਲਦੀ ਕਰੇ ਪੁਕਾਰ, ਉਹਨਾਂ ਦੀ ਆਤਮਾ ਫਿਰ ਜਲਦੀ ਪੁਕਾਰਾਂ ਦੇ ਅੰਦਰ ਫਿਰ ਪੁਕਾਰ ਕਿਤੇ ਕਰਦੀ ਹੈ। ਨਾਨਕ ਬਿਨ ਨਾਵੈ ਕਰੂਪ ਕਸੋਹਣੀ, ਨਾਮ ਤੋਂ ਬਗੈਰ ਜੀਵ ਰੂਪ ਇਸਤਰੀ ਕਰੂਪ ਹੈ, ਕਸੋਹਣੀ ਹੈ, ਕਿ ਸੋਹਣੇ ਜੀਵਨ ਵਾਲੀ ਨਹੀਂ ਹੈ, ਸੁੰਦਰ ਜੀਵਨ ਵਾਲੀ ਨਹੀਂ ਹੈ। ਪਰ ਹਰ ਛੋਟੇ ਪਤਾਰ, ਇਹ ਜੋ ਪਰ ਹਰ ਹੋਰਨਾਂ ਨਾਲ ਜੁੜ ਗਈ, ਪਤਾਰ ਦਰਦ ਉਹਦਾ ਪਤੀ ਨੂੰ ਛੱਡ ਦਿੱਤਾ। ਦੁਨਿਆਵੀ ਤੌਰ ਤੇ ਜਿਹੜਾ ਆਪਣੇ ਪਰਿਵਾਰ ਨੂੰ ਛੱਡ ਕੇ, ਉਹ ਕੱਲ ਇੱਕ ਆਪ ਜੀਆਂ ਨੇ ਖਬਰ ਸੁਣੀ ਟੀਵੀ 'ਚ, ਮੈਨੂੰ ਤੇ ਮੇਰਾ ਬਾਪੂ ਜੀ ਘਰ ਦੱਸ ਰਹੇ, ਮੈਂ ਪ੍ਰਸ਼ਾਦਾ ਛਕ ਰਿਹਾ, ਮੇਰੇ ਕਮਰੇ 'ਚ ਆ ਕੇ ਕਹਿੰਦੇ ਵੀ ਇੱਕ ਲੜਕੀ ਨੇ ਉਹ ਆਪਣੇ 2 ਬੱਚੇ ਹੀ, ਆਪ ਵੀ ਜ਼ਹਿਰ ਖਾ ਲਿਆ ਸ਼ਾਇਦ, ਉਹ ਬਾਅਦ 'ਚ
ਕਿਤੇ ਨਹਿਰ ਨੂਰ 'ਚ ਵੀ ਡਿੱਗੀ। ਇੱਕ ਬੇਟੀ ਸੀ ਮੇਰੇ ਕੋਲ 7 ਸਾਲ ਦੀ ਹੋਏਗੀ ਤੇ ਇੱਕ ਬੱਚਾ ਸੀ 5 ਸਾਲ ਦਾ, ਤੇ ਬੱਚਾ ਤੇ ਮੈਂ ਦਵਾਈ ਦਿੱਤੀ ਉਹਨੂੰ ਆ ਜ਼ਹਿਰ ਵਾਲੀ, ਉਹ ਬੇਟੀ ਤੇ ਮਾਂ ਤੇ ਬਚ ਗਈਆਂ ਨੇ ਸ਼ਾਇਦ ਉਹ ਮੌਕੇ ਤੇ ਕਿਤੇ, ਤੇ ਉਹ ਬੱਚਾ ਵਿਚਾਰਾ ਚੜ੍ਹਾਈ ਕਰ ਗਿਆ ਜਿਹੜਾ ਨਿੱਕਾ ਜਿਹਾ ਸੀ 5 ਸਾਲ ਦਾ। ਤੇ ਦੱਸੋ ਇਹਨੂੰ ਸਾਰੇ ਸੰਸਾਰ ਨੇ ਲਾਹਨਤਾਂ ਹੀ ਪਾਈਆਂ ਵੀ ਬੱਚਿਆਂ ਦਾ ਕੀ ਕਸੂਰ ਸੀ, ਤੇਰਾ ਕੋਈ ਸਹੁਰੇ ਪਰਿਵਾਰ ਨਾਲ ਤੇਰਾ ਕੋਈ ਝਗੜਾ ਹੋ ਸਕਦਾ ਹੈ, ਕੋਈ ਗੱਲ ਹੋ ਸਕਦੀ, ਬੱਚਿਆਂ ਦੇ ਮੂੰਹ 'ਚ ਜ਼ਹਿਰ ਪਾ ਰਹੀ ਹੈ, ਉਹ ਬੱਚਿਆਂ ਦਾ ਕੀ ਕਸੂਰ ਸੀ। ਇਹ ਭੈੜੇ ਲੱਖਣ ਹੁੰਦੇ ਆ, ਕੀ ਪਤਾ ਹੁਣ ਉਹ ਰੋ ਤੇ ਰਹੀ ਹੈ, ਕਸੂਰ ਇਹਦਾ ਹੈ ਕਿ ਉਹ ਪਰਿਵਾਰ ਦਾ ਦੂਸਰੇ ਦੇ, ਤੇ ਬਾਅਦ 'ਚ ਪਤਾ ਲੱਗੇਗਾ ਨਾ। ਮਹਾਰਾਜ ਕਹਿੰਦੇ ਪਰ ਛੋਡੀ ਪਤਾਦ ਆਪਣੇ ਪਤੀ ਨੂੰ ਛੱਡ ਕੇ ਕਰੂਪ ਤੇ ਕਸੋਣੀ ਹੋਰ ਥਾਵਾਂ ਤੇ ਜਾਣਾ, ਜਾਂ ਮਹਾਰਾਜ ਕਹਿੰਦੇ ਗੁਰੂ ਰੱਬ ਨੂੰ ਛੱਡ ਕੇ ਹੋਰਨਾਂ ਥਾਵਾਂ ਤੇ ਭਟਕਣਾ, ਉਹ ਕੁਲੱਖਣੀ ਕੁਨਾਰ ਵਾਲੇ ਲੱਛਣ ਹਨ। ਮਹਲਾ ਤੀਜਾ ਸ਼ਬਦ ਰਤੇ ਸੁਹਾਗਣੀ। ਹਾਂ, ਜਿਹੜੀਆਂ ਜੀਵ ਰੂਪੀ ਇਸਤਰੀਆਂ ਸ਼ਬਦ ਨਾਲ ਰਤੀਆਂ ਗਈਆਂ ਉਹ ਸੁਹਾਗਣੀਆਂ ਹਨ। ਸਤਿਗੁਰ ਕੈ ਭਾਈ ਪਿਆਰ। ਸਤਿਗੁਰਾਂ ਦੇ ਨਾਲ ਉਹਨਾਂ ਦਾ ਪ੍ਰੇਮ ਹੈ, ਉਹ ਸੋਹਣੇ ਜੀਵਨ ਵਾਲੀਆਂ ਸੁਹਾਗਣਾ ਹਨ ਜੀ। ਸਦਾ ਰਾਵੇ ਤੇਰੇ ਆਪਣਾ। ਉਹ ਆਪਣੇ ਪਤੀ ਪਰਮਾਤਮਾ ਨੂੰ ਸਦਾ ਰਾਵਦੀਆਂ ਹਨ। ਸੱਚਾ ਪ੍ਰੇਮ ਪਿਆਰ। ਉਹਨਾਂ ਦਾ ਪ੍ਰੇਮ ਪਿਆਰ ਸੱਚਾ ਹੈ ਜੀ। ਆਤ ਸਵਾਲਿਓ ਸੁੰਦਰੀ। ਉਹ ਅੱਤ ਸੁੰਦਰੀਆਂ ਨੇ, ਅੱਤ ਸਵਾਲਿਓ, ਅੱਤ ਦੀਆਂ ਸੋਹਣੀਆਂ, ਸੋਹਣੇ ਜੀਵਨ ਵਾਲੀਆਂ ਜੀ। ਸ਼ੋਭਾਵੰਤੀ ਨਾਲ। ਉਹ ਨਾਲ ਇਸਤਰੀ ਜਿਹੜੀ ਸ਼ੋਭਾ ਵਾਲੀ ਹੈ, ਬੱਚੀ 'ਚ ਚੰਗੇ ਗੁਣ ਹੋਣ, ਉਹ ਸਾਡੀ ਧੀ ਹੈ, ਉਹ ਸਾਡੀ ਨੂੰਹ ਹੈ, ਉਹਦੀ ਸ਼ੋਭਾ ਕਰਦੇ ਨੇ ਸਾਰੇ ਰਿਸ਼ਤੇਦਾਰ, ਸਾਰਾ ਜਿਹਦੇ ਨਾਲ ਵੀ ਉਹ ਵਿਚਰਦੀ ਹੈ। ਭਾਈ ਉਹਨਾਂ ਦੀ ਬੇਟੀ ਬਹੁਤ ਚੰਗੀ ਹੈ, ਭਾਈ ਉਹ ਬੜੀ ਆਗਿਆਕਾਰ ਹੈ, ਉਹ ਗਿਆਨ ਨੂੰ ਜਲ ਪਾਣੀ ਪੁੱਛਦੀ ਹੈ, ਉਹ ਜੀ ਆਇਆਂ ਕਹਿੰਦੀ, ਉਹ ਸਤਿਕਾਰ ਕਰਦੀ ਹੈ, ਸਾਰੇ ਫਿਰ ਉਹਦੀ ਸ਼ੋਭਾ ਕਰਦੇ ਨੇ ਨਾ। ਮਹਾਰਾਜ ਕਹਿੰਦੇ ਚੰਗੇ ਗੁਣ ਸਾਡੇ 'ਚ ਹੋਣੇ ਚਾਹੀਦੇ ਹੈ ਕਿ ਲੋਕ ਸਾਡੀ ਵੇਖ ਕੇ ਸ਼ੋਭਾ ਕਰਨ। ਨਾਨਕ ਨਾਮ ਸੁਹਾਗਣੀ। ਹਾਂ, ਨਾਮ ਨਾਲ ਜੁੜ ਕੇ ਇਸਤਰੀਆਂ ਸੁਹਾਗਣਾ ਬਣ ਜਾਂਦੀਆਂ ਹਨ। ਮੇਰੀ ਮਿਲਣਹਾਰ। ਉਹ ਮਿਲਣਹਾਰ ਪ੍ਰਭੂ ਨੇ ਫਿਰ ਆਪਣੇ ਨਾਲ ਜੀਵ ਰੂਪੀ ਇਸਤਰੀ ਨੂੰ ਮਿਲਾ ਲਿਆ ਹੈ ਜੀ। ਪੌੜੀ ਹਰ ਤੇਰੀ ਸਭ ਕਰ ਹੈ ਉਸਤਤ। ਹਰ ਜੀ ਤੇਰੀ ਸਾਰੇ ਉਸਤਤ ਕਰਦੇ, ਕਿਹੜਾ ਵੀ ਜਿਹੜਾ ਰੱਬ ਨੂੰ ਚੰਗਾ ਨਹੀਂ ਕਹਿੰਦਾ, ਭਾਵੇਂ ਉਹ ਅੱਤ ਦਾ ਨਾਸਤਿਕ ਵੀ ਬੰਦਾ ਕਿਉਂ ਨਾ ਹੋਵੇ, ਕਿਤੇ ਨਾ ਕਿਤੇ ਉਹਦੀ ਰਸਨਾ ਤੋਂ ਵੀ ਵਾਹਿਗੁਰੂ ਨਿਕਲਦਾ। ਉਹ ਦੋ ਭਰਾ ਜੀ, ਇੱਕ ਸਾਧੂਆਂ ਦਾ ਸੰਗ ਕਰਦਾ ਸੀ ਤੇ ਉਹਦੇ ਘਰੇ ਕਿਤੇ ਸਾਧੂ ਚੱਲ ਕੇ ਆ ਗਿਆ, ਤੇ ਉਹ ਭਰਾ ਨੇ ਗੁਆਂਢੀ ਨੂੰ ਵੀ ਆਪਣੇ ਭਰਾ ਨੂੰ ਸੱਦ ਲਿਆ, ਕਹਿੰਦਾ ਵੀ ਮੇਰੇ ਘਰੇ ਬਾਬਾ ਜੀ ਆਏ ਤੇ ਤੁਸੀਂ ਵੀ ਆਓ। ਕਹਿੰਦਾ ਮੈਂ ਨਹੀਂ ਕਿਸੇ ਬਾਬੇ ਨੂੰ ਕੋਈ ਮੰਨਦਾ। ਉਹ ਕਹਿੰਦਾ ਰੱਬ ਦੀ ਕੋਈ ਗੱਲ ਤੂੰ ਵੀ ਕਰ ਸੁਣ ਲਾ ਕੇ, ਵੀ ਨਾਸਤਕ ਹੈ। ਉਹ ਕਹਿੰਦਾ ਕਿਹੜਾ ਰੱਬ, ਮੈਂ ਕਿਸੇ ਰੱਬ ਕਿਸੇ ਗੁਰੂ ਨੂੰ ਨਹੀਂ ਮੰਨਦਾ। ਉਹ ਘਰ ਵਾਲੇ ਨੇ ਕਿਹਾ, ਕਹਿੰਦੇ ਜੀ ਕਾਹਦਾ ਰੌਲਾ ਪਾ ਰਹੇ ਹੋ? ਸਾਧੂ ਨੇ ਪੁੱਛ ਲਿਆ ਫਕੀਰ ਨੇ। ਉਹ ਕਹਿੰਦਾ ਮੇਰਾ ਭਰਾ ਹੈ ਜੀ ਬੜਾ ਨਾਸਤਕ ਹੈ, ਤੇ ਉਹਨੂੰ ਕਿਹਾ ਸੀ ਵੀ ਆ ਜਾ ਤੂੰ ਵੀ ਕੋਈ ਚੱਜ ਦੀ ਗੱਲ ਸੁਣਦਾ। ਵੀ ਉਹ ਤਾਂ ਕੋਈ ਮੇਰੇ ਗੱਲ ਪੈ ਗਿਆ, ਮੈਂ ਕਿਸੇ ਰੱਬ ਨੂੰ ਨਹੀਂ ਮੰਨਦਾ, ਮੈਂ ਕਿਸੇ ਨੂੰ ਨਹੀਂ ਜਾਣਦਾ। ਉਹ ਫਕੀਰ ਕਹਿੰਦਾ ਚੱਲ ਆਪਾਂ ਉਹਦੇ ਘਰੇ ਹੀ ਚੱਲਦੇ। ਕਹਿੰਦਾ ਨਹੀਂ ਰਹਿਣ ਦਿਓ ਜੀ, ਉਹਨੇ ਐਵੇਂ ਗੱਲ ਪਏਗਾ। ਉਹ ਫਕੀਰ ਕਹਿੰਦਾ ਕੋਈ ਗੱਲ ਨਹੀਂ। ਫਕੀਰ ਹੁੰਦਾ ਹੀ ਉਹ ਹੈ, ਨਹਿ ਨਿੰਦਿਆ ਨਹਿ ਉਸਤਤ ਜਾਣ ਕੇ ਲੋਭ ਮੋਹ। ਜਿਹੜਾ ਸੰਤ ਹੈ ਨਾ, ਫਕੀਰ ਅਸਲੀ ਸਾਧੂ, ਉਹਨੂੰ ਨਿੰਦਿਆ ਤੋਂ ਉਸਤਤ ਦਾ ਕੋਈ ਫਰਕ ਨਹੀਂ ਪੈਂਦਾ। ਜੇ ਚਾਰ ਗਾਲਾਂ ਕੱਢ ਜਦੋਂ ਬੇਪਰਵਾਹ ਕੋਈ ਕਹੀ ਜਾਵੇ ਬਾਬਾ ਜੀ ਤੁਸੀਂ ਤਾਂ ਪੁੱਜੇ ਹੋਏ ਸਾਧੂ, ਉਹਨੂੰ ਵੀ ਕੋਈ ਫਰਕ ਨਹੀਂ ਪੈਂਦਾ ਵੀ ਇਹ ਮੇਰੀ ਸ਼ੋਭਾ ਕਰਦੇ। ਉਹਨੂੰ ਵਡਿਆਈ ਤੇ ਨਿੰਦਿਆ ਨਾਲ ਕੋਈ ਫਰਕ ਨਹੀਂ ਹੈ। ਕਹਿੰਦੇ ਚਲੋ ਵੀ ਆਪਾਂ ਉਹਦੇ ਘਰੇ ਚੱਲਦੇ ਆ। ਕਿ ਉਹ ਕਹਿੰਦਾ ਨਹੀਂ ਰਹਿਣ ਦਿਓ ਜੀ, ਉਹਨੇ ਐਵੇਂ ਗੱਲ ਪਏਗਾ ਤੁਹਾਡੇ। ਉਹ ਕਹਿੰਦਾ ਜੀ, ਉਹ ਜਾ ਕੇ ਦਰਵਾਜ਼ਾ ਖੜਕਾਇਆ, ਉਹ ਆਵਾਜ਼ ਦਿੰਦਾ ਕੌਣ? ਉਹ ਸਾਧੂ ਬੋਲਿਆ, ਕਹਿੰਦੇ ਜੀ ਸਾਧੂ ਹੈ, ਤੁਹਾਡੇ ਘਰੇ ਬੈਠਣਾ 10 ਮਿੰਟ। ਕਹਿੰਦਾ ਮੈਂ ਨਹੀਂ ਕਿਸੇ ਸਾਧੂ ਨੂੰ ਘਰੇ ਆਉਣ ਦੇਣਾ। ਤੇ ਉਹ ਜਿਹੜਾ ਸਾਧੂ ਸੀ ਨਾ, ਉਹ ਅੱਗੋਂ ਬੋਲਿਆ, ਕਹਿੰਦਾ ਬੇਟਾ ਕਹੇ ਰਾਮ ਰਾਮ। ਦਰਵਾਜ਼ਾ ਤਾਂ ਨਹੀਂ ਉਹਨੇ ਖੋਲਿਆ। ਉਹ ਕਹਿੰਦਾ ਮੈਂ ਨਹੀਂ ਕਿਸੇ ਰਾਮ ਰੂਪ ਨੂੰ ਜਾਣਦਾ। ਉਹਨੇ ਕਿਹਾ, ਉਹ ਫਿਰ ਬੋਲੀ ਜਾਵੇ ਇੱਕ ਵਾਰੀ ਕਹੇ ਰਾਮ ਰਾਮ। ਕਹਿੰਦਾ ਸਾਧੂਆ ਤੈਨੂੰ ਕਿਹਾ ਫਿਰ ਵੀ ਨਹੀਂ। ਤੇ ਉਹ ਸਾਧੂ ਹੱਸ ਪਿਆ, ਕਹਿੰਦਾ ਮੈਂ ਤੈਨੂੰ ਛੁਪਾ ਕੇ ਹੀ ਚੱਲਿਆ, ਭਾਵੇਂ ਕਿਸੇ ਵੀ ਤਰੀਕੇ ਨਾਲ। ਰਾਮ ਤੇ ਆਪਣੇ ਮੁਖ ਤੋਂ ਕਿਹਾ ਹੀ ਹੈ ਨਾ, ਤੂੰ ਸਾਡੀ ਡਿਊਟੀ ਇਹ ਹੈ ਵੀ ਤੇਰੀ ਰਸਨਾ ਤੋਂ ਰਾਮ ਤੋਂ ਹੋਣਾ, ਭਾਵੇਂ ਕਿਸੇ ਤਰੀਕੇ ਨਾਲ ਤੂੰ ਕਿਹਾ, ਮੈਂ ਤਾਂ ਤੈਨੂੰ ਛੁਪਾ ਕੇ ਹੀ ਚੱਲਿਆ। ਮਹਾਰਾਜ ਕਹਿੰਦੇ ਨਾਨਕ ਹਰ ਤੇਰੀ ਸਭ ਕਰੇ ਉਸ ਤੋਂ ਨਾਸਤਕ ਤੋਂ। ਨਾਸਤਕ ਬੰਦੇ ਦੀ ਰਸਨਾ ਤੇ ਵੀ ਵਾਹਿਗੁਰੂ ਸ਼ਬਦ ਆਏਗਾ, ਰਾਮ ਆਏਗਾ। ਸਾਰੇ ਉਹਦੀ ਉਸਤਤ ਕਰ ਰਹੇ ਨੇ, ਜਿੰਨਾ ਵਿਸ਼ਵ ਦੇ ਅੰਦਰ ਕਿਸੇ ਨਾ ਕਿਸੇ ਤਰੀਕੇ ਨਾਲ ਰੱਬ ਨੂੰ ਕੋਈ ਨਾ ਕੋਈ ਯਾਦ ਕਰ ਰਿਹਾ। ਧਰਮ ਕੋਈ ਨਹੀਂ ਮਾੜਾ, ਅਸੀਂ ਉਹਦੇ 'ਚ ਮਾੜੇ ਹੋ ਸਕਦੇ, ਬੰਦੇ ਮਾੜੇ ਹੁੰਦੇ, ਧਰਮ ਕੋਈ ਨਹੀਂ ਮਾੜਾ ਹੁੰਦਾ।
ਹਾਂ ਮਹਾਰਾਜ ਨੇ ਇੱਥੇ ਬਚਨ ਕਹੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਰੀ ਲੁਕਾਈ ਰੱਬ ਨੂੰ ਯਾਦ ਕਰ ਰਹੀ ਹੈ। ਜਿਨ ਪਾਥੇ ਕਾਢਿਆ ਉਹ ਫਿਰ ਫਸਿਆ ਨੂੰ ਕੱਢ ਲੈਂਦੇ, ਰਾਮ ਦਾ ਨਾਮ ਬਚਾ ਲੈਂਦੇ ਬੰਧਨਾਂ ਚ ਪਿਆ ਨੂੰ ਜੀ। ਹਰ ਤੁਧਨ ਕਰਹਿ ਸਭ ਨਮਸਕਾਰ। ਹਰ ਜੀ ਤੈਨੂੰ ਸਾਰਾ ਵਿਸ਼ਵ ਨਮਸਕਾਰ ਕਰ ਰਿਹਾ, ਸਾਰੇ ਉਹਦੇ ਅੱਗੇ ਝੁਕਦੇ। ਬੰਧਨਾ ਹਰ ਬੰਧਨਾ ਗੁਣ ਗਾਵੂ ਗੋਪਾਲ ਰਾਏ। ਵਾਹਿਗੁਰੂ ਕਹਿਣਾ ਹੀ ਤੇ ਰੱਬ ਨੂੰ ਨਮਸਕਾਰ ਕਰਨੀ ਹੈ। ਗੁਰੂ ਕਹਿਣਾ ਹੀ ਗੁਰੂ ਅੱਗੇ ਝੁਕਣਾ ਹੈ। ਸਾਰੀ ਲੁਕਾਈ ਤੇ ਉਹਨੂੰ ਨਮਸਕਾਰਾਂ ਵਾਹਿਗੁਰੂ ਕਰ ਰਹੀ ਹੈ। ਜਿਨ ਪਾਪੈ ਤੇ ਰਾਖਿਆ ਕਹਿੰਦੇ ਫਿਰ ਉਹ ਪਾਪਾਂ ਤੋਂ ਵੀ ਰੱਖਿਆ ਕਰਦਾ ਹੈ। ਜਪਣ ਵਾਲਾ ਪਾਪ ਨਹੀਂ ਕਰਦਾ ਹੈ। ਜੁੜਿਆ ਅੰਦਰ ਹੋ ਗਏ, ਇਹ ਨਹੀਂ ਪਖੰਡ ਸੱਜਣ ਠੱਗ ਵਰਗਾ ਨਹੀਂ ਹੋਣਾ ਚਾਹੀਦਾ। ਬਾਅਦ ਵਿੱਚ ਤੇ ਚਲੋ ਉਹ ਬਹੁਤ ਉੱਚੇ ਸੁੱਚੇ ਜੀਵਨ ਵਾਲਾ ਬਣਿਆ। ਉਹ ਧਾਰਮਿਕ ਸੀ ਪਰ ਲੋਕਾਂ ਦਾ ਕਤਲ ਵੀ ਕਰਦਾ ਸੀ ਨਾਲ ਦੀ ਨਾਲ। ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਜੇ ਅੰਦਰੋਂ ਕੋਈ ਜੁੜਿਆ ਤਾਂ ਉਹਦੇ ਸਾਰੇ ਪਾਪ ਲੱਥ ਜਾਂਦੇ। ਵੈਸੇ ਸੱਜਣ ਠੱਗ ਦੇ ਲੱਥ ਗਏ ਹਨ ਬਾਅਦ ਦੇ ਅੰਦਰ। ਗੁਰੂ ਦੇ ਉਪਦੇਸ਼ ਦੀ ਉਹਨੇ ਕਮਾਈ ਕੀਤੀ ਸੀ ਜੀ। ਹਰ ਨਿਮਾਣਿਆ ਤੂੰ ਮਾਣ। ਵਾਹਿਗੁਰੂ ਤੂੰ ਨਿਮਾਣਿਆਂ ਦਾ ਮਾਣ ਹੈ। 12 ਬਖਸ਼ਾਂ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜ ਤੇ ਕੀਤੀਆਂ। ਉਹ ਜੁਲਾਈ ਕਹਿੰਦੀ ਹੈ ਜੀ ਇਹ ਅਮਰੂ ਨਥਾਵੇ ਨੇ, ਤੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਜਿਹਨੂੰ ਨਥਾਵਾ ਕਹਿੰਦੇ ਹੋ ਨਾ, ਇਹ ਨਿਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ ਨੇ, ਗੱਤਿਆਂ ਦੀ ਗੱਤ ਨੇ, ਪੱਤਿਆਂ ਦੀ ਪੱਤ ਨੇ, ਧਰਿਆਂ ਕੀ ਧਿਰ। ਇਹ ਨਿਆਸਰਿਆਂ ਤੇ ਆਸਰੇ ਹੋਣਗੇ। ਮਹਾਰਾਜ ਨੇ ਬਖਸ਼ਾ। ਮਹਾਰਾਜ ਅਨਾਥਾਂ ਦੀ ਬਾਂਹ ਫੜਦੇ। ਜਿਹਦਾ ਕੋਈ ਨਹੀਂ ਹੈ ਨਾ ਉਹਦਾ ਗੁਰੂ ਤੇ ਰੱਬ ਹੈ। ਜਿਹਨੂੰ ਸਾਰੇ ਦੁਰਕਾਰ ਦਿੰਦੇ ਹੈ, ਜਿਹਨੂੰ ਕੋਈ ਨਹੀਂ ਪੁੱਛਦਾ। ਅੱਜ ਨਾ ਗੁਰੂ ਰਾਮਦਾਸ ਮਹਾਰਾਜ ਦਾ ਗੁਰਤਾ ਗੱਦੀ ਦੀ ਵਿਸ਼ੇ ਮੈਂ ਦੋ ਕੁ ਬੇਨਤੀਆਂ ਕਰਾਂ, ਫਿਰ ਆਪਾਂ ਅਗਲੀ ਸ਼ਬਦ ਦੀ ਵਿਚਾਰ ਕਰਕੇ। ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਦੇ ਰੂਪ ਵਿੱਚ ਚੂਨਾ ਮੰਡੀ ਲਾਹੌਰ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ। ਤੇ 2 ਸਾਲ ਦੇ ਹੋਏ ਤੇ ਇੱਕ ਦਿਨ ਮਾਂ ਰਾਤ ਨੂੰ ਸੁੱਤੀ ਹੈ ਤੇ ਸਰੀਰ ਛੱਡ ਕੇ ਗੁਰੂ ਰਾਮਦਾਸ ਜੀ ਨਿੱਕੇ ਜੀ ਅੱਜ ਮਾਂ ਉੱਠੀ ਨਹੀਂ ਹੈ। ਤੇ ਪਿਤਾ ਜੀ ਕਿਤੇ ਅੰਮ੍ਰਿਤ ਵੇਲੇ ਘਰੋਂ ਨਿਕਲ ਗਏ ਤੇ ਉਹ ਬੱਚਾ ਆਪਣੀ ਮਾਂ ਨੂੰ ਉਠਾਉਂਦਾ ਹਿਲਾਉਂਦਾ ਤੇ ਮਾਂ ਉੱਠਦੀ ਨਹੀਂ ਹੈ। ਉਹ ਬੱਚਾ ਜਦੋਂ ਆਵਾਜ਼ਾਂ ਮਾਰਦਾ ਮਾਂ ਨੂੰ, ਮੰਮਾ ਵੀ ਤੂੰ ਉੱਠ, ਇੱਦਾਂ ਹੀ ਤੇ ਉਹਨੇ ਚਿਰ ਨੂੰ ਗੁਆਢੀ ਆ ਗਏ। ਉਹਨਾਂ ਨੇ ਉਹਨੇ ਚਿਰ ਨੂੰ ਉਹਨਾਂ ਦੇ ਪਿਤਾ ਜੀ ਆ ਗਏ ਤੇ ਬੇਟਾ ਤੇਰੀ ਮਾਂ ਨੇ ਹੋਰ ਨਹੀਂ ਉੱਠਣਾ ਹੈ, ਵੀ ਮੌਤ ਹੋ ਗਈ ਵੀ ਇਹ ਚੜ੍ਹਾਈ ਕਰ ਗਈ। 2 ਸਾਲ ਦੇ ਹਨ ਮਾਂ ਚੜ੍ਹਾਈ ਕਰ ਗਈ। 7 ਸਾਲ ਦੇ ਹੋਏ ਤੇ ਬਾਪ ਚੜ੍ਹਾਈ ਕਰ ਗਿਆ ਜੀ। ਬੱਚਾ ਯਤੀਮ ਹੋ ਗਿਆ। ਚਾਚੀਆਂ ਤਾਈਆਂ ਨੇ ਚੌਂਤਰੇ 'ਚ ਬੈਠਿਆਂ ਕਹਿਣਾ, ਜੇਠਿਆ ਅੱਜ ਕੰਮ ਕਰੇਗਾ ਤੇ ਤੈਨੂੰ ਰੋਟੀ ਮਿਲਣੀ, ਨਹੀਂ ਤੇ ਤੈਨੂੰ ਅੱਜ ਰੋਟੀ ਕੋਈ ਨਹੀਂ ਮਿਲਣੀ। ਐਸਾ ਕੁਝ ਹੁੰਦਾ ਗੁਰਮੁਖ ਹੋਤੇ ਤੇ। ਚਲੋ ਇਹ ਵਾਹਿਗੁਰੂ ਦਾ ਹੁਕਮ ਹੈ। ਵੈਸੇ ਕਿਸੇ ਨਿੱਕੇ ਜਿਹੇ ਬੱਚੇ ਦਾ ਮਾਂ ਪਿਓ ਨਹੀਂ ਜਾਣਾ ਚਾਹੀਦਾ। ਉਹ ਬੱਚੇ ਨੂੰ ਪੁੱਛੋ ਕਿਵੇਂ ਉਹ ਆਪਣਾ ਜੀਵਨ ਬਤੀਤ ਕਰਦਾ ਹੈ। ਚਲੋ ਜੀ, ਜਦੋਂ ਇਹ ਹਾਲਤ ਵੇਖੀ ਵੀ ਭਾਈ ਜੇਠਾ ਦੇ ਰਾਤ ਨੂੰ ਭੁੱਖੇ ਵੀ ਕਈ ਵਾਰੀ ਸੌ ਜਾਂਦੇ। ਫਿਰ ਨਾਨਾ ਤੇ ਨਾਨੀ ਜੀ ਆਏ ਬਾਸਰ ਕੇ ਪਿੰਡ ਤੋਂ। ਕਹਿੰਦੇ ਜੇਠਿਆ ਪੁੱਤਰ ਤੂੰ ਸਾਡੇ ਨਾਲ ਚੱਲ, ਵੀ ਤੈਨੂੰ ਤੇ ਰੋਟੀ ਵੀ ਨਹੀਂ ਦਿੰਦੇ ਤੇਰੇ ਹੁਣ ਆਪਣੇ। ਕੌਣ? ਚਾਚੀਆਂ ਤਾਈਆਂ ਮਾਮੀਆਂ। ਉਹ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਖੁੱਲ੍ਹ ਕੇ ਗੱਲ ਕੀਤੀ। ਕਹਿੰਦੇ ਪਿਓ ਵਰਗਾ ਪਿਆਰ ਨਾ ਚਾਚਿਆਂ ਤਾਇਆਂ ਤੋਂ ਨਹੀਂ ਜੇ ਕਦੇ ਮਿਲ ਸਕਦਾ। ਉਹਨਾਂ ਲਿਖਿਆ ਕਹਿੰਦੇ ਮਾਂ ਵਰਗਾ ਪਿਆਰ ਮਾਮੀਆਂ ਤੇ ਮਾਸੀਆਂ ਤੋਂ ਕਦੇ ਨਹੀਂ ਜੇ ਮਿਲ ਸਕਦਾ। ਮਾਂ ਮਾਂ ਹੀ ਹੁੰਦੀ ਤੇ ਪਿਓ ਪਿਓ ਹੀ ਹੁੰਦਾ ਹੈ। ਉਹ ਨਾ ਮੇਰੇ ਚਾਚਾ ਜੀ ਹੀ, ਚਲੋ ਉਹ ਠੀਕ, ਉਹ ਥੋੜ੍ਹੀ ਸ਼ੁਰੂ ਤੋਂ ਸ਼ਰਾਬ ਪੀਣ ਦੇ ਆਦੀ। ਮੈਂ ਕਦੇ ਕੋਈ ਗੱਲ ਜਿਹੜੀ ਇੱਥੇ ਲੁਕਾਈ ਨਹੀਂ। ਬੈਠੇ ਨੇ ਰਿਸ਼ਤੇਦਾਰ ਵੀ ਉਹਨਾਂ ਦੇ, ਤੇ ਉਹਨਾਂ ਮੋਟਰਸਾਈਕਲ ਲਿਆ ਸੀ ਉਦੋਂ ਬੇਟੇ ਨੇ, ਤੇ ਉਹ ਕਿਸ਼ਤਾਂ ਤਾਰਦੇ ਹੁੰਦੇ ਹਨ। ਤੇ ਮੇਰੇ ਕੋਲ ਇੱਕ ਵਾਰੀ ਬੈਠੇ ਤੇ ਮੈਂ ਕਿਹਾ ਤੁਹਾਨੂੰ ਤਾਂ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ, ਕਿਸ਼ਤਾਂ ਕਾਹਦੀਆਂ ਤਾਰਦੇ ਹੋ? ਉਹ ਕਹਿੰਦਾ ਕਾਕੇ ਨੂੰ ਲੈ ਕੇ ਦਿੱਤਾ ਸੀ, ਬੇਟੇ ਨੂੰ ਲੈ ਕੇ ਦਿੱਤਾ। ਤੇ ਦੱਸੋ ਕੋਈ ਬੰਦਾ ਹੈ, ਚਾਚਾ ਤਾਇਆ ਹੈ, ਵੀ ਭਤੀਜਾ ਮੋਟਰਸਾਈਕਲ ਚਲਾਉਂਦਾ ਹੋਵੇ ਤੇ ਕਿਸ਼ਤਾਂ ਚਾਚਾ ਤਾਇਆ ਤਾਰਦਾ ਹੋਵੇ, ਤੇ ਉਹ ਬਾਪ ਹੀ ਤਾਰ ਸਕਦਾ ਹੈ। ਮੈਨੂੰ ਵੀ ਬੜੀ ਗੱਲ, ਮੈਂ ਕਿਹਾ ਮੋਟਰਸਾਈਕਲ ਜਿਹਨੂੰ ਚਲਾਉਣਾ ਨਹੀਂ ਆਉਂਦਾ ਮੋਟਰਸਾਈਕਲ ਦੀਆਂ ਕਿਸ਼ਤਾਂ ਤਾਰ ਰਿਹਾ ਵੀ ਆਪਣੇ ਪੁੱਤਰ ਨੂੰ ਲੈ ਕੇ ਦੇ ਰਿਹਾ, ਵੀ ਪੜ੍ਹਨ ਵਾਸਤੇ ਜਾਂਦਾ ਹੈ ਜਾਂ ਬਾਹਰ ਅੰਦਰ ਇਹਨੇ ਕੰਮ ਵਾਸਤੇ ਜਾਣਾ ਹੈ, ਉਹਨੂੰ ਮੋਟਰਸਾਈਕਲ ਲੈ ਕੇ ਦੇਣਾ। ਬਾਪ ਵਰਗਾ ਨਹੀਂ ਕੋਈ ਆਸਰਾ ਮਿਲ ਸਕਦਾ। 7 ਸਾਲ ਦੇ ਬਾਪ ਵੀ ਚਲਾ ਗਿਆ। ਉਸ ਤੋਂ ਬਾਅਦ ਨਾਨਾ ਨਾਨੀ ਜੀ ਲੈ ਆਏ। ਜਦੋਂ ਨਾਨਾ ਨਾਨੀ ਜੀ ਲੈ ਆਏ ਤੇ ਹੁਣ ਗਰੀਬੀ ਉੱਥੇ ਵੀ ਉਹ ਕਹਿੰਦੇ ਵੀ ਜੇਠਿਆ ਵੀ ਘੁੰਗਣੀਆਂ ਹੀ ਵੇਚ ਕੇ ਗੁਜ਼ਾਰਾ ਕਰਨਾ ਪੈਣਾ, ਨਾਲੇ ਕਮਾ ਤੇ ਖਾ, ਤੇ ਨਾਲੇ ਅਸੀਂ ਵੀ ਬਜ਼ੁਰਗ ਹੈ। ਉਹੀ ਪਿੰਡ ਗੁਰੂ ਅਮਰਦਾਸ ਮਹਾਰਾਜ ਦੇ ਬੱਚਾ ਘੁੰਗਣੀਆਂ ਵੇਚਦਾ, ਮਹਾਰਾਜ ਨੂੰ ਮੱਥਾ ਟੇਕਦਾ ਕਦੇ ਕਦੇ। ਮਹਾਰਾਜ ਨੂੰ ਗੁਰਤਾ ਗੱਦੀ ਮਿਲ ਗਈ ਗੁਰੂ ਅਮਰਦਾਸ ਜੀ ਨੂੰ। ਇਹ ਭਾਈ ਜੇਠਾ ਵੀ ਉੱਥੇ ਚਲੇ ਗਏ। ਬੜੀਓ ਸੇਵਾ ਕੀਤੀ ਨਿੱਕੇ ਜਿਹੇ ਬੱਚੇ ਨੇ ਗੁਰੂ ਘਰ ਦੇ ਅੰਦਰ। ਹੁਣ ਇਸ ਟਾਈਮ ਮਾਂ ਵੀ ਗੁਰੂ ਅਮਰਦਾਸ ਸੀ, ਭਾਈ ਜੇਠੇ ਦੇ ਬਾਪ ਵੀ ਗੁਰੂ ਅਮਰਦਾਸ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ
ਮਾਤਾ ਗੁਰਦੇਵ, ਮਾਤਾ ਗੁਰਦੇਵ, ਗੁਰੂ ਹੀ ਮਾਂ, ਗੁਰੂ ਹੀ ਪਿਓ ਸੀ। ਬੜਾ ਪਿਆਰ ਵੀ ਮਿਲਿਆ। ਸਮਾਂ ਅੱਗੇ ਚੱਲਦਾ ਗਿਆ। ਗੁਰੂ ਅਮਰਦਾਸ ਮਹਾਰਾਜ ਦੀਆਂ ਦੋ ਬੇਟੀਆਂ ਹਨ, ਬੀਬੀ ਦਾਨੀ ਵੱਡੇ, ਉਹ ਭਾਈ ਰਾਮੇ ਨਾਲ ਵਿਆਹੇ ਗਏ ਹਨ। ਪਹਿਲੇ ਬੀਬੀ ਭਾਨੀ ਦਾ ਰਿਸ਼ਤਾ ਕਰਨਾ ਹੈ ਤੇ ਮਾਤਾ ਜਸ ਦੇਵੀ ਜੀ ਆਏ। ਇਤਿਹਾਸ ਅੱਗੇ ਬਹੁਤ ਵਾਰੀ ਦਾਸ ਨੇ ਸੁਣਾਇਆ, ਬਸ ਸੰਖੇਪ ਬੇਨਤੀ ਕਰਕੇ ਸਮਾਪਤੀ ਕਰਨੀ ਹੈ। ਕਹਿੰਦੇ ਜੀ ਛੋਟੀ ਬੱਚੀ ਦਾ ਰਿਸ਼ਤਾ ਕਰੀਏ, ਕਿਸੇ ਲਾਗੀ ਨੂੰ ਕਿਤੇ ਭੇਜੋ, ਕਿਤੇ ਭੇਜੋ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਠੀਕ ਹੈ, ਵੀ ਅਸੀਂ 2-4 ਦਿਨਾਂ 'ਚ ਕਿਤੇ ਰਿਸ਼ਤਾ ਕਰਕੇ ਜਲਦੀ ਬੱਚੀ ਦਾ ਵਿਆਹ ਕਰਦੇ ਹਾਂ। ਜਦੋਂ ਮਾਤਾ ਜਸ ਦੇਵੀ ਜੀ ਉੱਠਣ ਲੱਗੇ ਨਾ, ਮਹਾਰਾਜ ਕੋਲ ਇੰਨੀ ਕੁ ਗੱਲ ਕਹਿ ਕੇ ਵੀ ਲਾਗੀ ਨੂੰ ਭੇਜ ਕੇ ਰਿਸ਼ਤਾ ਕਰ ਦਿਓ ਕਿਤੇ ਬੇਟੀ ਦਾ। ਸਾਹਮਣੇ ਭਾਈ ਜੇਠਾ ਜੀ ਮੌਲੀ ਸਾਹਿਬ ਦੀ ਸੇਵਾ ਚੱਲ ਰਹੀ, ਤੇ ਜੇਠਾ ਜੀ ਮਿੱਟੀ ਦਾ ਵੱਟਲ ਚੁੱਕਿਆ ਸੀਸ ਤੇ ਟੋਕਰਾ, ਤੇ ਉਹ ਮਾਤਾ ਜਸ ਦੇਵੀ ਦੀ ਨਿਗਾਹ ਪੈ ਗਈ। ਹੁਣ ਜਾਣਦੇ ਸਨ ਵੀ ਬੱਚਾ ਬਹੁਤ ਲਾਇਕ, ਬਹੁਤ ਸਿਆਣਾ ਔਰ ਬਹੁਤ ਸੇਵਾ ਕਰਦਾ ਹੈ। ਮਹਾਰਾਜ ਸੋਹਣੇ ਵੀ ਬੜੇ ਸਨ ਗੁਰੂ ਰਾਮਦਾਸ ਮਹਾਰਾਜ, ਸਿਆਣੇ ਤੇ ਹੱਦੋਂ ਵੱਧ ਸਨ ਨਾ। ਮਾਤਾ ਜਸ ਦੇਵੀ ਰੁਕ ਕੇ ਕਹਿੰਦੀ, ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੇ ਜੀ ਜਿਹੜੇ ਲਾਗੀ ਨੂੰ ਭੇਜੋਗੇ ਨਾ, ਸਾਡਾ ਬੱਚਾ ਉਸ ਨੌਜਵਾਨ ਵਰਗਾ ਸਿਆਣਾ ਤੇ ਸੋਹਣਾ ਹੋਣਾ ਚਾਹੀਦਾ ਹੈ। ਤੇ ਮਹਾਰਾਜ ਕਿਸੇ ਨਾਲ ਗੱਲ ਕਰਨ ਲੱਗ ਪਏ ਸੀ, ਤੇ ਮਹਾਰਾਜ ਨੇ ਇਸ਼ਾਰਾ ਕੀਤਾ ਆਪਣੇ ਮਹਿਲ ਨੂੰ, ਪਤਨੀ ਨੂੰ, ਕਹਿੰਦੇ ਜੀ ਬੈਠੋ 2 ਮਿੰਟ। ਬੈਠੇ। ਮਹਾਰਾਜ ਕਹਿੰਦੇ ਜਸ ਦੇਵੀ ਹੁਣ ਕਿਤੇ ਲਾਗੀ ਭੇਜਣ ਦੀ ਜ਼ਰੂਰਤ ਨਹੀਂ ਹੈ। ਕਹਿੰਦੇ ਜੀ ਰਿਸ਼ਤਾ ਤੇ ਲਾਗੀ ਕਰਕੇ ਆਉਣਗੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿੱਧਰ ਹੱਥ ਕਰਕੇ ਤੁਸੀਂ ਕਹਿ ਦਿੱਤਾ ਹੈ ਨਾ ਵੀ ਸਾਡਾ ਜਵਾਈ ਉਹਦੇ ਵਰਗਾ, ਨੌਜਵਾਨ ਵਰਗਾ ਸਿਆਣਾ ਤੇ ਸੋਹਣਾ ਹੋਣਾ ਚਾਹੀਦਾ ਹੈ, ਕਮਲੀਏ ਆਪਣੀ ਧੀ ਦਾ ਰਿਸ਼ਤਾ ਇਹਦੇ ਨਾਲ ਹੀ ਕਰ ਦਈਏ, ਇਹਦੇ ਵਰਗਾ ਸਿਆਣਾ ਤੇ ਸੋਹਣਾ ਤੈਨੂੰ ਸਾਰੇ ਸੰਸਾਰ 'ਚੋਂ ਕੋਈ ਨਹੀਂ ਲੱਭਣਾ, ਜਿੱਧਰ ਤੁਸੀਂ ਹੱਥ ਕਰਕੇ ਕਹਿ ਦਿੱਤਾ। ਕਹਿੰਦੇ ਜੀ ਸੱਦ ਲੋ, ਪੁੱਛ ਲੈਂਦੇ ਆ ਕੀ ਕਾਰੋਬਾਰ ਹੈ, ਕੀ ਕਿਹੋ ਜਿਹਾ ਘਰ, ਕਿੱਥੇ, ਅਸੀਂ ਪੁੱਛਦੇ ਹੀ ਹਾਂ। ਮਹਾਰਾਜ ਨੇ ਸਿੱਖ ਨੂੰ ਭੇਜਿਆ, ਕਹਿੰਦੇ ਭਾਈ ਜੇਠੇ ਨੂੰ ਸੱਦ ਕੇ ਲਿਆਓ। ਭਾਈ ਜੇਠਾ ਜੀ ਆ ਗਏ, ਮਹਾਰਾਜ ਦੇ ਸਾਹਮਣੇ ਬੈਠ ਗਏ। ਮਹਾਰਾਜ ਨੇ ਇਹ ਨਹੀਂ ਪੁੱਛ, ਮਹਾਰਾਜ ਜਾਣਦੇ ਹੈ, ਗੁਰੂ ਮਾਤਾ ਜਸ ਦੇਵੀ ਨਹੀਂ ਜਾਣਦੇ ਕਿੱਥੋਂ ਦੇ ਨੇ, ਕੀ ਕਰਦੇ, ਜਾਂ ਕੀ ਇਹਨਾਂ ਦਾ ਘਰ-ਬਾਰ ਕੀ ਹੈ, ਜਾਂ ਮਾਂ ਪਿਓ ਹੈਗੇ ਜੇ ਨਾ ਨਹੀਂ ਹੈਗੇ, ਜਾਂ ਕਿੱਥੇ ਪਲੇ ਨੇ ਮਾਤਾ ਜਸ। ਪਰ ਗੁਰੂ ਅਮਰਦਾਸ ਮਹਾਰਾਜ ਨੂੰ ਸਾਰੀ ਗੱਲ ਦਾ ਪਤਾ ਹੈ। ਜਦੋਂ ਭਾਈ ਜੇਠਾ ਜੀ ਸਾਹਮਣੇ ਬੈਠੇ, ਪਿੱਟੀ ਨਾਲ ਸਾਰੇ ਕੱਪੜੇ ਲਿਪੜੇ ਹੋਏ ਨੇ, ਸੇਵਾ 'ਚ ਲੱਗੇ ਹਨ, ਤੇ ਮਹਾਰਾਜ ਨੇ ਬੈਠਦੇ ਹੀ ਇਹ ਗੱਲ ਕਹੀ ਵੀ ਜੇਠਿਆ ਅਸੀਂ ਆਪਣੀ ਧੀ ਦਾ ਰਿਸ਼ਤਾ ਤੇਰੇ ਨਾਲ ਕਰਨਾ ਚਾਹੁੰਦੇ ਹਾਂ। ਦੱਸੋ, ਇੱਕ ਉਹ ਗੁਰੂ ਸਾਹਿਬ ਜੀ ਜਿਹਦੇ ਅੱਗੇ ਸਾਰਾ ਸੰਸਾਰ ਝੁਕ ਰਿਹਾ ਹੈ, ਅਕਬਰ ਬਾਦਸ਼ਾਹ ਵੀ ਆਣ ਕੇ ਲਾਈਨ 'ਚ ਲੱਗਦਾ ਜਿਹਦੇ ਦਰਸ਼ਨ ਕਰਨ ਵਾਸਤੇ, ਤੇ ਮਹਾਰਾਜ ਉਹ ਰਿਸ਼ਤਾ ਉਸ ਬੱਚੇ ਨਾਲ ਕਰਨ ਲੱਗੇ ਜਿਹਦੇ ਕੋਲ ਅੱਜ ਕੱਖ ਵੀ ਨਹੀਂ ਹੈ, ਕੁਝ ਵੀ ਨਹੀਂ ਹੈ ਦੁਨਿਆਵੀ ਤੌਰ ਤੇ। ਇਹਦਾ ਮਤਲਬ ਕਿੰਨੇ ਕੁ ਗੁਣ ਹੋਣਗੇ ਭਾਈ ਜੇਠੇ ਦੇ ਅੰਦਰ, ਕਿੰਨੇ ਕੁ ਸਿਆਣੇ, ਕਿੰਨੇ ਕੁ ਵੱਡੇ ਸੇਵਾਦਾਰ ਹੋਣਗੇ ਵੀ ਇੱਕ ਉਸ ਸਮੇਂ ਲੱਖਾਂ ਰੁਪਈਆ ਗੁਰੂ ਘਰ ਦੀ ਆਮਦਨ ਸੀ। ਮੰਨ ਲਓ ਅੱਜ ਆਪਾਂ ਇਹਦੀ ਵਿਆਖਿਆ ਕਰੀਏ ਵੀ 1 ਕਰੋੜਪਤੀ ਆਪਣੀ ਬੱਚੀ ਦਾ ਰਿਸ਼ਤਾ ਕਿਸੇ ਯਤੀਮ ਬੱਚੇ ਨਾਲ ਕਰੇ, ਉਹ ਕੀ ਵੇਖੇਗਾ ਉਹਦੇ ਅੰਦਰ? ਜਾਇਦਾਦ ਤੇ ਮਹਾਰਾਜ ਨੇ ਵੇਖੀ ਵੀ ਕਿੰਨੇ ਕੁ ਗੁਣ ਹੋਣਗੇ ਭਾਈ ਜੇਠੇ 'ਚ, ਵੀ ਮਹਾਰਾਜ ਦੇ ਜਿਹੜੇ ਮਰਜ਼ੀ ਰਾਜੇ ਦੇ ਪੁੱਤਰ ਨਾਲ ਆਪਣੀ ਧੀ ਦਾ ਲੋਕ ਤੇ ਮਿੰਨਤਾਂ ਕਰਦੇ ਹਨ ਗੁਰੂ ਘਰ ਨਾਲ ਰਿਸ਼ਤਾ ਜੁੜੇ, ਪਰ ਮਹਾਰਾਜ ਨੇ ਇੱਕ ਅਨਾਥ, ਇੱਕ ਗਰੀਬ ਨਾਲ ਆਪਣੀ ਧੀ ਦਾ ਰਿਸ਼ਤਾ ਜੋੜ ਦਿੱਤਾ ਜੀ। ਫਿਰ ਮਾਤਾ ਜਸ ਦੇਵੀ ਨੇ ਕਿਹਾ ਪੁੱਛ ਲਓ ਇਹਨਾਂ ਕੋਲ ਕੁਝ ਹੈ ਵੀ ਕਿ ਨਹੀਂ। ਭਾਈ ਜੇਠੇ ਨੇ ਫਿਰ ਸੱਚ ਬੋਲਿਆ, ਕਹਿੰਦੇ ਜੀ ਨਾ ਰਹਿਣ ਦੀ ਮੇਰੇ ਕੋਲ ਮਕਾਨ, ਨਾ ਪਹਿਨਣ ਦੀ ਕੱਪੜਾ, ਨਾ ਖਾਣ ਦੀ ਭੋਜਨ। ਭਾਈ ਜੇਠੇ ਨੇ, ਮੈਂ ਇਸ ਯੋਗ ਨਹੀਂ ਹੈ ਤੁਹਾਡੀ ਬੱਚੀ ਨਾਲ ਮੇਰਾ ਰਿਸ਼ਤਾ। ਮਹਾਰਾਜ ਨਹੀਂ, ਮਹਾਰਾਜ ਕਹਿੰਦੇ ਜੋ ਕੁਝ ਤੁਹਾਡੇ ਕੋਲ ਹੈ ਉਹ ਕਿਸੇ ਕੋਲ ਨਹੀਂ ਹੈ। ਮਾਤਾ ਜਸ ਦੇਵੀ ਪੁੱਛ ਲਿਆ, ਕਹਿੰਦੇ ਜੀ ਕੀ ਵੇਖਿਆ? ਆ ਵੀ ਤੇ ਕਹਿ ਰਿਹਾ ਵੀ ਇਹ ਬੱਚਾ ਮੇਰੇ ਕੋਲ ਕੁਝ ਨਹੀਂ ਹੈ। ਮਹਾਰਾਜ ਨੇ ਕਿਹਾ ਬਾਬਾ ਪਹਿਨਦਾ ਸੱਚ, ਖੰਡ ਨੌ, ਨਿਤ ਨਾਮ, ਗਰੀਬੀ ਪਾਈ। ਵੀ ਗਰੀਬੀ, ਨਿਮਰਤਾ ਤੇ ਨਾਮ ਜਿੰਨਾ ਇਹਨਾਂ ਕੋਲ ਦੂਸਰੇ ਕਿਸੇ ਚੋਂ ਨਹੀਂ ਮਿਲੇਗਾ। ਅਸੀਂ ਦੁਨਿਆਵੀ ਧਨ ਤੇ ਕਿਸੇ ਦੇ ਅੰਦਰ ਵੇਖਦੇ ਹੀ ਨਹੀਂ। ਅਸੀਂ ਰਿਸ਼ਤਾ ਕਾਇਮ ਦੁਨਿਆਵੀ ਤੌਰ ਤੇ ਜ਼ਮੀਨ ਵੇਖ ਲਓ, ਬਹੁਤੇ ਤੇ ਹੁਣ ਜ਼ਮੀਨ ਕਿੰਨੀ, ਜ਼ਮੀਨ ਨਾਲ ਰਿਸ਼ਤਾ ਥੋੜ੍ਹੀ ਕਰਨਾ। ਬੱਚਾ ਵੇਖੋ ਕਿਹੋ ਜਿਹਾ, ਹੁਣ ਤੇ ਕਿਸੇ ਦੀ 40 ਕਿੱਲੇ ਵੀ ਜ਼ਮੀਨ ਹੋਏਗੀ ਤੇ ਗੁਰਮੁਖ ਪਾਰੋ ਜੋ ਨਸ਼ਾ ਕਰਨ ਵਾਲਾ ਤੇ 40 ਦਿਨਾਂ 'ਚ ਵੀ ਡਾ ਸਕਦਾ 40 ਕਿੱਲੇ। ਇਹੋ ਜਿਹਾ ਨਸ਼ਾ ਭੈੜਾ ਹੋਣ ਲੱਗਾ ਹੋਇਆ। ਜੇ ਬੱਚਾ ਚੰਗਾ ਹੋਏਗਾ ਤੇ ਗੁਰੂ ਘਰ ਨਾਲ ਜੁੜਿਆ ਹੋਏਗਾ ਤੇ ਪ੍ਰਸ਼ਾਦੇ ਤੋਂ ਵਾਂਝਾ ਨਹੀਂ ਰੱਖੇਗਾ ਗੁਰੂ ਸਾਹਿਬ ਜੀ ਉਸ ਬੱਚੇ ਨੂੰ, ਪਰਿਵਾਰ ਨੂੰ। ਮਹਾਰਾਜ ਨੇ ਇਹ ਗੱਲ ਕਹੀ ਵੀ। ਭਾਈ ਜੇਠੇ ਨੇ ਜਦੋਂ ਕਿਹਾ ਕੁਝ ਵੀ ਨਹੀਂ, ਮਹਾਰਾਜ ਕਹਿੰਦੇ ਸਾਡੇ ਘਰੋਂ ਕੋਈ ਲਾਭਾ ਨਹੀਂ ਤੁਹਾਨੂੰ ਮਿਲੇਗਾ ਵੀ ਸਾਡੀ ਬੱਚੀ ਨੂੰ ਪ੍ਰਸ਼ਾਦਾ ਕਿਉਂ ਨਹੀਂ ਛਕਣ ਲਈ ਮਿਲਿਆ, ਚੱਜ ਦੇ ਕੱਪੜੇ ਕਿਉਂ ਨਹੀਂ ਇਹਨਾਂ ਨੂੰ ਪਾਉਣ ਲਈ ਦਿੰਦੇ ਹੋ, ਜਾਂ ਰਹਿਣ ਲਈ ਚੰਗਾ ਘਰ ਕਿਉਂ ਨਹੀਂ ਬਣਾਉਂਦੇ ਹੋ। ਮਹਾਰਾਜ ਨੇ ਰਿਸ਼ਤਾ ਕਰ ਦਿੱਤਾ, ਵਿਆਹ ਹੋ ਗਿਆ ਜੀ। ਥੋੜੇ ਚਿਰ ਬਾਅਦ ਮਹਾਰਾਜ ਦੇ ਘਰੇ 3 ਫਿਰ ਪੁੱਤਰ ਹੋਏ ਭਾਈ ਜੇਠੇ। ਤੇ ਉਦੋਂ ਜੇਠਾ ਹੀ ਸਨ ਜਦੋਂ ਪੁੱਤਰ ਹੋਏ ਬਾਬਾ ਪ੍ਰਿਥੀ ਚੰਦ, ਬਾਬਾ ਮਹਾਦੇਵ, ਗੁਰੂ ਅਰਜਨ ਸਾਹਿਬ ਜੀ।
ਬੀਬੀ ਭਾਨੀ ਨੇ ਵੀ ਆਪਣੇ ਪਿਤਾ ਗੁਰੂ ਦੀ ਬੜੀ ਹੋਈ ਸੇਵਾ ਕੀਤੀ ਹੈ। ਅੱਜ ਗੁਰੂ ਅਮਰਦਾਸ ਮਹਾਰਾਜ ਤਰੁੱਠੇ ਗੁਰਤਾ ਗੱਦੀ ਦੇਣੀ ਪਰਖ ਕੀਤੀ ਦੋਵਾਂ ਜਵਾਈਆਂ ਦੀ, ਭਾਈ ਰਾਮੇ ਤੇ ਗੁਰੂ ਰਾਮਦਾਸ ਜੀ ਦੀ। ਰਾਮਾ ਜੀ ਫੇਲ ਹੋ ਗਏ, ਗੁਰੂ ਰਾਮਦਾਸ ਮਹਾਰਾਜ ਜੀ ਪਾਸ। 3 ਪਰਿਕਰਮਾ ਕੀਤੀਆਂ, ਨਾਰੀਅਲ 5 ਪੈਸੇ ਰੱਖ ਕੇ ਮਹਾਰਾਜ ਨੇ ਮੱਥਾ ਟੇਕ ਦਿੱਤਾ। ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਜਵਾਈ ਨੂੰ, ਜੇਠੇ ਨੂੰ ਗੁਰੂ ਰਾਮਦਾਸ ਮਹਾਰਾਜ ਥਾਪ ਦਿੱਤਾ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਤਖਤ ਬੈਠਾ, ਜਾਂ ਅਸੀਂ ਬਚਨ ਰਾਜ ਜੋਗ ਤਖਤ ਦੀਨ ਗੁਰ ਰਾਮ ਦਾਸ। ਗੁਰੂ ਰਾਮਦਾਸ ਜੀ ਨੂੰ ਤਖਤ ਦੇ ਦਿੱਤਾ। ਚੱਲੀ ਪੀੜ੍ਹੀ ਸੋਢੀਆਂ, ਅੱਜ ਸੋਢੀਆਂ ਦੀ ਪੀੜ੍ਹੀ ਸ਼ੁਰੂ ਹੋਈ ਜੀ। ਮਹਾਰਾਜ ਨੇ ਮੱਥਾ ਟੇਕ ਦਿੱਤਾ ਤੇ ਭਾਨੀ ਕੋਲ ਬੈਠੇ, ਉਹਨਾਂ ਨੂੰ ਵੀ ਕਿਹਾ ਭਾਨੀ ਤੇਰੇ ਵਰਗੀ ਕੋਈ ਦੂਸਰੀ ਨਹੀਂ, ਤੇਰੀ ਵੀ ਸੇਵਾ ਪ੍ਰਵਾਨ। ਭਾਈ ਜੇਠੇ ਨੂੰ ਗੁਰੂ ਰਾਮਦਾਸ ਜੀ ਥਾਪ ਦਿੱਤਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਕੋਲ ਬਹਿ ਕੇ ਬਚਨ ਕਹੇ, ਕਹਿੰਦੇ ਰਾਮਦਾਸ ਜੀ ਤੁਸੀਂ ਕਹਿੰਦੇ ਸੀ ਸਾਡੇ ਕੋਲ ਰਹਿਣ ਲਈ ਕੋਈ ਮਕਾਨ ਨਹੀਂ ਹੈ, ਅੱਜ ਤੋਂ ਬਾਅਦ ਤੁਹਾਡਾ ਉਸ ਮਕਾਨ 'ਚ ਵਾਸਾ ਹੋਣਾ ਜਿਸ ਮਕਾਨ ਵਰਗਾ ਦੁਨੀਆ 'ਚ ਕੋਈ ਮਕਾਨ ਨਹੀਂ ਹੋਏਗਾ। ਡਿੱਠੇ ਸਭੇ ਥਾਪ ਨਹੀਂ ਤੁਧ। ਗੁਰੂ ਰਾਮਦਾਸ ਜੀ ਦਾ ਸਥਾਨ ਹੈ ਹਰਿਮੰਦਰ ਸਾਹਿਬ। ਦੱਸੋ ਹਰਿਮੰਦਰ ਸਾਹਿਬ ਵਰਗਾ ਵਿਸ਼ਵ 'ਚ ਕੋਈ ਦੂਸਰਾ ਸਥਾਨ ਹੈਗਾ? ਬਿਲਕੁਲ ਨਹੀਂ। ਜਿਹੜਾ ਇੱਕ ਯਤੀਮ ਬੱਚਾ ਕਹਿੰਦਾ ਬਾਬਾ ਮੇਰੇ ਕੋਲ ਰਹਿਣ ਲਈ ਘਰ ਨਹੀਂ, ਅੱਜ ਉਹਦਾ ਵਾਸਾ ਸੋਨੇ ਦੇ ਘਰ 'ਚ ਹੈ। ਇੱਕ ਹੀ ਘਰ ਹੈ ਵਿਸ਼ਵ ਦੇ ਅੰਦਰ ਸੋਨੇ ਦਾ, ਉਹ ਹਰਿਮੰਦਰ ਸਾਹਿਬ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੁਸੀਂ ਕਿਹਾ ਸੀ ਪਹਿਨਣ ਲਈ ਕੱਪੜਾ ਨਹੀਂ ਸਾਡੇ ਕੋਲ ਕੋਈ। ਮਹਾਰਾਜ ਕਹਿੰਦੇ ਕੱਪੜੇ ਤੇ ਬਹੁਤ ਮਹਿੰਗੇ ਤੁਹਾਡੇ ਕੋਲ ਆਇਆ ਕਰਨਗੇ, ਤੁਹਾਡੇ ਕੋਲ ਪਹਿਨਣ ਦਾ ਸਮਾਂ ਨਹੀਂ ਹੋਣਾ। ਅੱਜ ਚੰਦੋਆ ਸਾਹਿਬ ਦੀ ਸੇਵਾ ਤੁਸੀਂ ਕਰੋ, ਹਰਿਮੰਦਰ ਸਾਹਿਬ ਜਾ ਕੇ ਪ੍ਰਬੰਧਕਾਂ ਨੂੰ ਕਹੋ ਜੀ 1 ਲੱਖ 2 ਲੱਖ 3 ਲੱਖ 4 5 ਲੱਖ ਲਾ ਦਿਆਂਗੇ। ਕਦੋਂ ਸਾਡਾ ਚੰਦੋਆ ਸਾਹਿਬ ਚੋਲਾ ਸਾਹਿਬ ਪਹਿਨਣਗੇ ਗੁਰੂ ਰਾਮਦਾਸ ਜੀ? ਉਹ ਕਹਿਣਗੇ ਜੀ ਰੁਪਈਆ ਭਾਵੇਂ 2 ਲੱਖ ਹੋਰ ਲਾ ਦਿਓ, ਤੁਹਾਨੂੰ 1 ਸਾਲ ਵੇਟ ਕਰਨੀ ਪਏਗੀ। ਗੁਰੂ ਰਾਮਦਾਸ ਮਹਾਰਾਜ ਕੋਲ ਅਜੇ ਸਮਾਂ ਨਹੀਂ, ਤੁਹਾਡਾ ਕੱਲ ਨੂੰ ਜਾਮਾ ਪਹਿਨਣਾ। ਉਹ ਬੱਚਾ ਜਿਹਦੇ ਕੋਲ ਪਹਿਨਣ ਲਈ ਕੱਪੜਾ ਨਹੀਂ, ਜਿਹਦੇ ਕੋਲ ਰਹਿਣ ਲਈ ਘਰ ਨਹੀਂ, ਉਹ ਉਸ ਬੱਚੇ ਦਾ ਵਾਸਾ ਸੋਨੇ ਦੇ ਘਰ 'ਚ। ਉਹਦੇ ਕੋਲ ਲੱਖਾਂ ਰੁਪਏ ਦੇ ਅੱਜ ਜਾਮੇ ਚੜ੍ਹਦੇ ਨੇ, ਮਹਾਰਾਜ ਕੋਲ ਟਾਈਮ ਨਹੀਂ। ਉਹ ਕਹਿੰਦੇ ਸਾਲ ਟਾਈਮ ਲੱਗੇਗਾ ਚੰਦੋਆ ਸਾਹਿਬ ਦਾ। ਅੱਜ ਤੋਂ 15 ਕੁ ਸਾਲ ਪਹਿਲਾਂ ਇੱਕ ਵਾਰੀ ਦਾਸ ਨੇ ਕੋਟਕਪੂਰੇ ਤੋਂ ਕੋਈ ਫੋਨ ਆਇਆ, ਕਹਿੰਦੇ ਜੀ ਹਰਿਮੰਦਰ ਸਾਹਿਬ, ਉਦੋਂ 50,000 ਰੁਪਏ ਦਾ ਉਹਨਾਂ ਦੀ ਸੇਵਾ ਹੋਈ ਸੀ। 10-15 ਸਾਲ ਪਹਿਲਾਂ ਇਸ ਤੋਂ। ਹੁਣ ਤੇ ਕਾਫੀ ਮਹਿੰਗਾਈ ਹੋ ਗਈ ਹੈ, ਹੁਣ ਤੇ 2-3 ਲੱਖ ਰੁਪਏ ਦਾ ਰੁਮਾਲਾ ਸਾਹਿਬ ਤੇ ਚੰਦੋਆ ਸਾਹਿਬ ਤਿਆਰ ਹੁੰਦਾ ਹੋਏਗਾ। ਪਰ ਮਹਾਰਾਜ ਇਹ ਨਹੀਂ ਵੀ ਅੱਜ ਤਿਆਰ ਕੀਤਾ ਤੇ ਅੱਜ ਪ੍ਰਵਾਨ ਹੋ ਜਾਏਗਾ। ਫਿਰ ਤੀਸਰੇ ਬਚਨ ਮਹਾਰਾਜ ਕਹਿੰਦੇ ਸਾਡੇ ਕੋਲ, ਤੁਸੀਂ ਕਿਹਾ ਸੀ ਸਾਡੇ ਕੋਲ ਖਾਣ ਲਈ ਕੋਈ ਭੋਜਨ ਨੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹਨੂੰ ਕਿਤੇ ਉਹ ਕੁਝ ਨਹੀਂ ਖਾਣ ਲਈ ਮਿਲੇਗਾ, ਤੁਹਾਡੀ ਬੁੱਕਲ 'ਚ ਬੈਠ ਕੇ 36 ਤਰ੍ਹਾਂ ਦਾ ਭੋਜਨ ਛਕ ਕੇ ਜਾਏਗਾ। ਅੱਜ ਜਿਹੋ ਜਿਹਾ ਭੋਜਨ ਗੁਰੂ ਰਾਮਦਾਸ ਦੇ ਲੰਗਰਾਂ 'ਚ ਤਿਆਰ ਹੁੰਦਾ, ਹੈਗੀ ਕੋਈ ਓਡੀ ਰਸੋਈ ਸੰਸਾਰ 'ਚ ਦੂਸਰੀ? 1 ਲੱਖ ਬੰਦਾ ਰੋਜ਼ ਦਾ ਪ੍ਰਸ਼ਾਦਾ ਛਕਦਾ ਗੁਰੂ ਰਾਮਦਾਸ ਜੀ ਦੇ ਘਰੋਂ। ਬਖਸ਼ਿਸ਼ ਵਰਤਦੀ ਹੈ। ਅੱਜ ਦੇ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਿੰਘਾਸਣ ਦੇ ਉੱਪਰ ਸੁਭਾਈਮਾਨ ਕੀਤਾ। ਪਹਿਲੀ ਪਾਤਸ਼ਾਹੀ ਬੇਦੀ ਕੁੱਲ 'ਚੋਂ, ਦੂਸਰੀ ਤਰੇਨ ਕੁੱਲ 'ਚੋਂ, ਤੀਸਰੇ ਭੱਲੇ ਨੇ। 7 ਪਾਤਸ਼ਾਹੀਆਂ ਫਿਰ ਸੋਢੀ ਬੰਚ 'ਚੋਂ ਹੋਈਆਂ। ਇਹ ਗੁਰੂ ਰਾਮਦਾਸ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੱਚ ਪੰਚ ਫਿਰ ਚੱਲੀ ਜੀ। ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ ਜੀ। ਹਰ ਨਿਮਾਣਿਆ ਤੂੰ ਮਾਣ। ਉਹ ਨਿਮਾਣਿਆਂ ਦਾ ਮਾਣ ਜਿਹਨੂੰ ਕੋਈ ਰੋਟੀ ਖਾਣ ਲਈ ਨਹੀਂ ਦਿੰਦਾ ਨਾ, ਜਿਹੜਾ ਇੱਥੇ ਆ ਜਾਂਦਾ ਉਹਨੂੰ ਤਖਤਾਂ ਤੇ ਬਿਠਾ ਦਿੰਦਾ ਹੈ। ਹਰ ਡਾਢੇ ਮੂੰਹ ਤੂੰ ਡਾਢਿਆ। ਤੂੰ ਡਾਢਿਆਂ ਤੋਂ ਵੀ ਡਾਢ ਹੈ, ਇਹ ਤੂੰ ਹੀ ਬਖਸ਼ਿਸ਼ ਵਰਤਾ ਸਕਦਾ ਹੈ। ਅਸੀਂ ਕਿਸੇ ਨੂੰ ਕੀ ਦੇ ਸਕਦੇ? ਬੰਦਾ ਬੰਦੇ ਨੂੰ ਕੀ ਦੇ ਸਕਦਾ? ਜਿੰਨਾ ਮਰਜ਼ੀ ਤਕੜਾ ਹੋਵੇ ਬੰਦਾ, ਤੁਹਾਡੇ ਤੋਂ ਕੋਈ ਮੰਗਣ ਆਵੇ ਤੁਸੀਂ 100 ਰੁਪਈਆ ਇੱਕ ਮੰਗਤੇ ਨੂੰ ਦਿਓਗੇ, 100 ਰੁਪਈਏ ਨਾਲ ਮੰਗਤੇ ਦਾ ਕਿੰਨਾ ਕੁ ਟਾਈਮ ਲੰਘੇਗਾ? ਇਹ ਤੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ। ਮੰਗਤੇ ਦੀ ਮਰਜ਼ੀ ਅਨੁਸਾਰ ਮਿਲਦਾ ਹੈ। ਇੱਥੋਂ ਪਦਵੀਆਂ ਦਿੱਤੀਆਂ ਜਾਂਦੀਆਂ, ਇੱਥੋਂ ਜਿਹਦੇ ਘਰ ਨਹੀਂ ਅਰਦਾਸ ਕਰਕੇ ਜਾਂਦੇ ਉਹ ਬਖਸ਼ਿਸ਼ ਵਰਤਦੀ ਹੈ। ਸਾਰਾ ਕੁਝ ਤੇ ਗੁਰੂ ਬਖਸ਼ਿਸ਼ ਕਰਦੇ ਹਨ। ਹਰ ਅਹੰਕਾਰੀਆ ਮਾਰ ਨਿਵਾਏ। ਵਾਹਿਗੁਰੂ ਤੂੰ ਅਹੰਕਾਰੀਆਂ ਨੂੰ ਮਾਰ ਕੇ ਝੁਕਾ ਦਿੰਦਾ ਹੈ। ਮਨ ਮੁਖ ਮੂੜ ਸਾਧਿਆ। ਮਹਾਰਾਜ ਕਹਿੰਦੇ ਮਨ ਮੁਖ ਮੂੜ ਤੂੰ ਸਾਧ ਦੇਣਾ। ਜਿਹੜੇ ਬੇਮੁਖ ਨੇ ਉਹ ਸੱਚ ਦੇ ਮਾਰਗ ਤੇ ਤੁਰ ਪੈਂਦੇ ਹਨ। ਹਰ ਭਗਤਾਂ ਦੇ ਵਡਿਆਈ। ਉਹ ਆਪਣੇ ਭਗਤਾਂ ਨੂੰ ਵਡਿਆਈ ਬਖਸ਼ਦਾ ਹੈ ਜੀ। ਗਰੀਬ ਅਨਾਥਿਆ। ਉਹ ਗਰੀਬਾਂ ਨੂੰ ਅਨਾਥਾਂ ਨੂੰ ਤਖਤ ਤੇ ਬਿਠਾਉਣ ਵਾਲਾ ਹੈ। ਉਹ ਭਗਤਾਂ ਨੂੰ ਸਦਾ ਹੀ ਵਡਿਆਈ ਸ਼ੋਭਾ
ਬਖਸ਼ਿਸ਼ ਕਰਦਾ ਹੈ ਤੇ ਉਹਨਾਂ ਦੀ ਜੈ ਜੈਕਾਰ ਸੰਸਾਰ 'ਚ ਹੁੰਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ।